ਵੀ ਕਹਿਣ ਤੋਂ ਭਾਵ ਤੁਹਾਡੇ ਕਿ ਬਿੱਲ ਇਸ ਤੋਂ ਵੀ ਭਿਆਨਕ ਬੜੀ ਵਾਰ ਆ ਚੁੱਕੇ ਨੇ, ਪਰ ਡਾਕਟਰ ਸਾਹਿਬ ਹੁਣ ਜਦੋਂ ਜਾਗ ਖੁੱਲੀ ਉਦੋਂ ਸਵੇਰਾ ਨਹੀਂ ਸਮਝ ਲੈਣਾ ਚਾਹੀਦਾ। ਜਿੰਨੇ ਧੋਖੇ ਹੋਏ ਨੇ ਉਹ ਸਾਡੇ ਲੀਡਰਾਂ ਦੇ ਰਾਹੀਂ, ਸਾਡੇ ਲੀਡਰਾਂ ਨੂੰ ਵਿਸ਼ਵਾਸ 'ਚ ਲੈ ਕੇ, ਕੁਝ ਜਾਣੇ 'ਚ, ਕੁਝ ਅਣਜਾਣੇ 'ਚ, ਔਰ ਕੁਝ ਉਹਨਾਂ ਨੂੰ ਲਾਲਚ ਦੇ ਕੇ, ਇਹੀ ਕਲਾਕਾਰ ਜਿਨ੍ਹਾਂ ਦੇ ਬਾਰੇ ਅਸੀਂ ਰੌਲਾ ਪਾਉਂਦੇ ਸੀ ਕਿ ਇਹਨਾਂ ਕਲਾਕਾਰਾਂ ਦੇ ਗਾਣੇ ਸੁਣਦਾ ਹੈ, ਔਰ ਇਹਨਾਂ ਕਲਾਕਾਰਾਂ ਦੇ ਰਾਹੀਂ ਉਹ ਇਨਫੋਰਮੇਸ਼ਨ ਲੈਣੀ ਸ਼ੁਰੂ ਕਰ ਦਿੱਤੀ। ਕਿਸਾਨੀ ਜਥੇਬੰਦੀਆਂ ਦੇ ਪ੍ਰਮੁੱਖ ਵੀ ਜਿਹੜੇ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਪੋਲੀਟੀਕਲ ਪਾਰਟੀਆਂ ਦੇ ਪ੍ਰਮੁੱਖ ਵੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹ ਜਿਹੜੇ ਬਿੱਲ ਇਹ ਪਾਸ ਹੋ ਚੁੱਕੇ ਆ, ਇਹਦੇ ਤੋਂ ਸਰਕਾਰ ਨੇ ਕਦਾਚਿਤ ਵੀ ਕਿਸੇ ਹਾਲਤ, ਕਿਉਂਕਿ ਉਹ ਸਰਕਾਰ ਵੀ ਕਿਹਨਾਂ ਦੀ ਹੈ, ਕਦੋਂ ਦੇ ਉਹ ਅੰਗਰੇਜ਼ਾਂ ਦੇ ਨਾਲ ਮਿਲ ਕੇ ਕੰਮ ਕਰਦੇ ਰਹੇ ਨੇ, ਇਸ ਵਤਨ ਦੇ ਨਾਲ, ਮੈਂ ਤਾਂ ਇਹ ਸਮਝੂਗਾ ਕਿ ਇਸ ਵਤਨ ਦੇ ਨਾਲ ਗਦਾਰੀ ਕਰਕੇ। ਕਿਸਾਨ ਜਥੇਬੰਦੀਆਂ ਨੂੰ ਇੱਕ ਹੁਲਾਰਾ ਮਿਲਿਆ, ਇੱਕ ਮਜ਼ਬੂਤੀ ਮਿਲੀ ਹੈ। ਉਹ ਤੇ ਆਪ ਖੁਦ ਇਹ ਗੱਲ ਮੇਰੇ ਸਟੂਡੀਓ ਵਿੱਚ ਆ ਕੇ ਕਹਿ ਰਹੇ ਨੇ ਵੀ ਪੂਰੀ ਜ਼ਿੰਦਗੀ ਲੰਘ ਗਈ ਸਾਡੀ, ਸਾਨੂੰ ਇਹੋ ਜਿਹਾ ਹੁਲਾਰਾ ਨਹੀਂ ਕਦੀ ਮਿਲਿਆ ਜਿਹੋ ਜਿਹਾ ਹੁਲਾਰਾ ਹੁਣ ਮਿਲ ਗਿਆ। ਪਰ ਉਹਨਾਂ ਨੇ ਆਪਣੀ ਲਗਾਤਾਰਤਾ ਬਰਕਰਾਰ ਰੱਖੀ, ਲੋਕਾਂ ਦੇ ਵਿੱਚ ਹਾਜ਼ਰੀ ਰੱਖੀ, ਔਰ ਅੱਜ ਉਸ ਹਾਜ਼ਰੀ ਨੂੰ ਲਾਉਂਦਿਆਂ ਹੋਇਆਂ ਉਹਨਾਂ ਨੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਜਦੋਂ ਸੱਦਾ ਦਿੱਤਾ ਤਾਂ ਅੱਜ ਉਹਨਾਂ ਨੇ ਪੋਲੀਟੀਕਲ ਪਾਰਟੀਆਂ ਨੂੰ ਪਛਾੜ ਦਿੱਤਾ। ਹੁਣ ਜਦੋਂ ਰਾਤਾਂ ਨੂੰ ਮੈਂ ਨਿਕਲਦਾ ਮੈਂ ਸੜਕਾਂ ਦੇ ਉੱਪਰ ਸਾਡੇ ਬਾਪੂ ਬੈਠੇ ਹੁੰਦੇ ਨੇ ਠੰਡ ਦੇ ਵਿੱਚ ਰਜਾਈਆਂ ਲੈ ਕੇ, ਤੇ ਕਿਤੇ ਨਾ ਕਿਤੇ ਆਤਮਾ ਕਲਪਦੀ ਹੈ। ਜਿਹੜੀ ਪੋਲਿੰਗ ਬੂਥ ਦੇ ਉੱਤੇ ਜਿਹੜੀ 100 ਬੰਦੇ ਦੀ ਲਾਈਨ ਲੱਗਣੀ ਹੈ, ਉਹਦੇ ਵਿੱਚ ਭੁੱਕੀ, ਅਫੀਮ, ਸ਼ਰਾਬ ਤੇ ਪੈਸੇ ਦੇ ਨਾਲ ਵੋਟ ਦੇਣ ਵਾਲਿਆਂ ਦੀ ਗਿਣਤੀ ਘਟ ਚੁੱਕੀ। ਮੈਨੂੰ ਇਸ ਗੱਲ ਦੇ ਵਿੱਚ ਭਵਿੱਖ ਨਹੀਂ, ਪਰ ਅੱਜ ਤੱਕ ਸਰਕਾਰਾਂ ਨੇ ਆਪਣੀ ਲੋੜ ਤੋਂ ਵੱਧ ਕਦੇ ਵੀ ਨਹੀਂ ਖਰੀਦਿਆ। ਸਰਕਾਰ ਹੈ, ਵਪਾਰੀ ਨਹੀਂ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਇੱਕ ਤਲਾਸ਼ ਦੇ ਵਿੱਚ ਰਹਿਣਾ ਵਾਂ, ਕਿਤੇ ਕੋਈ ਐਸੀ ਸ਼ਖਸੀਅਤ ਮਿਲ ਜਾਵੇ ਜਿਹੜੀ ਮੇਰੇ ਪੰਜਾਬ ਦੇ ਦਰਦਾਂ ਦੀ ਗੱਲ ਵੀ ਕਰੇ, ਪੰਜਾਬ ਦੇ ਹਾਲਾਤਾਂ ਤੋਂ ਵੀ ਜਾਣੂ ਕਰਵਾਵੇ, ਤੇ ਇਕੱਲਾ ਹਾਲਾਤਾਂ ਤੋਂ ਜਾਣੂ ਨਾ ਕਰਵਾਵੇ, ਸਾਨੂੰ ਹੱਲ ਵਾਲੇ ਪਾਸੇ ਵੀ ਲੈ ਕੇ ਚੱਲੇ ਵੀ ਇਹਦੇ ਹੱਲ ਕੀ ਹੋਣੇ ਚਾਹੀਦੇ ਨੇ। ਤੁਹਾਨੂੰ ਪਤਾ ਵੀ ਸ਼ਖਸੀਅਤਾਂ ਦੀ ਤਲਾਸ਼ ਦੇ ਅੰਦਰ ਪੰਜਾਬ ਦੀ ਇੱਕ ਨੁੱਕਰ ਤੋਂ ਦੂਜੀ ਨੁੱਕਰੇ ਅੱਪੜ ਪੈਣਾ ਵਾਂ, ਦਰਿਆਵਾਂ ਦੇ ਕੰਢਿਆਂ ਤੇ ਬੈਠਦਾ ਵਾਂ। ਅੱਜ ਜਿਸ ਧਰਤੀ ਤੇ ਅਸੀਂ ਆਏ ਹਾਂ ਇਸ ਨੂੰ ਕਿਹਾ ਜਾਂਦਾ ਹਰੀਕੇ ਪੱਤਨ। ਹਰੀਕੇ ਪੱਤਨ ਤੋਂ ਮੁਰਾਦ ਹੈ ਇੱਥੇ ਦੋ ਦਰਿਆਵਾਂ ਦਾ ਆਪਸੀ ਸੰਗਮ ਹੁੰਦਾ ਹੈ, ਮਿਲਣ ਹੁੰਦਾ ਹੈ, ਗਲਵਕੜੀ ਪਾਉਂਦੇ ਨੇ ਤੇ ਗਲਵਕੜੀ ਪਾ ਕੇ ਇੱਥੇ ਹੀ ਸਮਾਪਤ ਹੋ ਜਾਂਦੇ ਨੇ। ਜਿਹੜੀ ਅਸੀਂ ਗੱਲ ਕਰਦੇ ਹਾਂ ਪਾਣੀ ਪੰਜਾਂ ਦਰਿਆਵਾਂ ਵੱਲ ਨਹਿਰੀ ਹੋ ਗਿਆ, ਉਹ ਬਿਲਕੁਲ ਇੱਥੇ ਹੀ ਪਾਣੀ ਨਹਿਰੀ ਹੋ ਜਾਂਦਾ ਹੈ, ਕਿਉਂਕਿ ਦੋ ਦਰਿਆਵਾਂ ਤੋਂ ਦੋ ਵੱਡੀਆਂ ਨਹਿਰਾਂ ਬਣ ਜਾਂਦੀਆਂ ਨੇ ਤੇ ਉਹ ਅੱਗੇ ਦੀ ਅੱਗੇ ਚੱਲ ਪੈਂਦੀਆਂ ਨੇ। ਜੇ ਪਾਣੀ ਬਹੁਤਾਤ ਦੇ ਵਿੱਚ ਹੋ ਜਾਵੇ ਤੇ ਇਹ ਹਰੀਕੇ ਹੈੱਡ ਤੋਂ ਦਰਿਆ ਦਾ ਪਾਣੀ ਅੱਗੇ ਪਾਕਿਸਤਾਨ ਵਾਲੇ ਪਾਸੇ ਛੱਡ ਦਿੱਤਾ ਜਾਂਦਾ ਹੈ। ਇੱਥੋਂ ਪਾਕਿਸਤਾਨ ਕੋ ਬਹੁਤੀ ਦੂਰ ਨਹੀਂ ਹੈ। ਅੱਜ ਅਸੀਂ ਇਸ ਧਰਤੀ ਦੇ ਉੱਪਰ ਬੈਠੇ ਹਾਂ ਕਿਉਂਕਿ ਗੱਲ ਕਰਨੀ ਹੈ, ਅਸੀਂ ਕਿਸਾਨਾਂ ਦੀ ਗੱਲ ਕਰਨੀ ਹੈ, ਹਾਲਾਤਾਂ ਦੀ। ਤੇ ਮੇਰੇ ਨਾਲ ਨੇ ਡਾਕਟਰ ਹਰਿੰਦਰ ਜੀਰਾ ਜੀ, ਜੋ ਕਿਸਾਨੀ ਮੁੱਦੇ ਦੇ ਉੱਪਰ ਬੇਬਾਕੀ ਦੇ ਨਾਲ ਬੋਲਦੇ ਨੇ ਕਿਉਂਕਿ ਖੁਦ ਇੱਕ ਕਿਸਾਨ ਨੇ। ਆਓ ਤਿੰਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਜੀ। ਮਿਹਰਬਾਨੀ। ਡਾਕਟਰ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਹਾਲਾਤਾਂ ਦੀ, ਤੇ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕਿਸਾਨੀ ਸੜਕਾਂ ਦੇ ਉੱਪਰ ਹੈ ਜੀ। ਕਿਸਾਨ ਜਥੇਬੰਦੀਆਂ ਉਹ ਦਿੱਲੀ ਵਾਲੇ ਪਾਸੇ ਵੀ ਇੱਕ ਦੋ ਵਾਰੀ ਸੱਦੇ ਦੇ ਉੱਪਰ, ਨਿਉਤੇ ਦੇ ਉੱਪਰ ਗਈਆਂ ਨੇ, ਬੇਸਿੱਟਾ ਨਿਕਲਦਾ, ਕੁਝ ਨਹੀਂ ਨਿਕਲਦਾ ਪਿਆ। ਇੱਥੇ ਜੇ ਮੈਂ ਗੱਲ ਕਰਾਂ ਵੀ ਪੰਜਾਬ ਦੀ ਕਿਸਾਨੀ ਦਾ ਕੀ ਭਵਿੱਖ ਹੋਵੇਗਾ, ਕਿਉਂਕਿ ਜਦੋਂ ਦੋ ਪ੍ਰਕਾਰ ਦੀਆਂ ਗੱਲਾਂ ਚੱਲਦੀਆਂ ਨੇ, ਇੱਕ ਇਹ ਆ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਇਹ ਜਿਹੜੇ ਕਾਨੂੰਨ ਨੇ ਇਹ ਵਾਪਸ ਲਓ ਜੀ, ਸਰਕਾਰ ਅੜੀਅਲ ਸੁਭਾਅ ਤੇ ਅੜੀ ਹੋਈ ਹੈ, ਤੇ ਤੀਜੀ ਤੇਰੇ ਵਿਚਕਾਰ ਇੱਕ ਹੋਰ ਨਵੀਂ ਆ ਜਾਂਦੀ ਹੈ, ਕੁਝ ਰਿਆਇਤਾਂ ਦੀ ਗੱਲ ਕਰ ਦਿੰਦੇ ਨੇ, ਬੜਾ ਕੁਝ ਚੱਲਦਾ ਪਿਆ ਹੈ। ਪਰ ਮੈਂ ਚਾਹਾਂਗਾ ਜੇ ਕਿਸਾਨੀ ਦਾ ਭਵਿੱਖ ਜਾਂ ਪੰਜਾਬ ਦੀ ਖੇਤੀ ਦਾ ਭਵਿੱਖ ਇਹ ਕੀ ਹੋਵੇਗਾ, ਇਹਦੇ ਬਾਰੇ ਥੋੜਾ ਚਾਨਣਾ ਪਾ ਦਿਓ। ਮਖੂ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਹਾਡਾ ਵੀ ਬਹੁਤ ਧੰਨਵਾਦ, ਔਰ ਸਾਡੇ ਸਰੋਤੇ ਜਿਹੜੇ ਦੇਸ਼ ਵਿਦੇਸ਼ ਤੋਂ ਤੁਹਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ, ਸੁਣਦੇ ਨੇ, ਔਰ ਉਹਨਾਂ ਦਾ ਵੀ ਬਹੁਤ ਧੰਨਵਾਦ, ਕਿਉਂਕਿ ਇੱਕ ਜ਼ਰੀਆ, ਤੁਹਾਡੇ ਜ਼ਰੀਏ ਗੱਲ ਕਰਨ ਦਾ ਇੱਕ ਸਬੱਬ ਬਣ ਜਾਂਦਾ, ਔਰ ਦਰਸ਼ਕਾਂ ਤੱਕ ਕੁਝ ਫੀਡਬੈਕ ਵੀ ਆਉਂਦੀ ਹੈ, ਲੋਕ ਦੱਸਦੇ ਨੇ ਵੀ ਜੀ ਆਹ ਗੱਲ ਮਤਲਬ। ਸੋ ਇੱਕ ਇਸ ਲਈ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦਾ ਮੈਂ। ਔਰ ਜਿਹੜਾ ਇਹ ਵਿਸ਼ਾ ਹੈ, ਜਿਸ ਵਿਸ਼ੇ 'ਤੇ ਆਪਾਂ ਅੱਜ ਗੱਲ ਕਰ ਰਹੇ ਹਾਂ,
ਕਿਉਂਕਿ ਜ਼ਿਆਦਾਤਰ ਅਕਸਰ ਹੀ ਆਪਾਂ ਕਿਸਾਨੀ ਦੀ ਗੱਲ ਤਾਂ ਕਰਦੇ ਹੀ ਹਾਂ ਜੀ। ਤੇ ਜਦੋਂ ਤੋਂ ਖਾਸ ਤੌਰ ਤੇ ਇਹਨਾਂ ਬਿੱਲਾਂ ਦੀ ਜਿਹੜੇ ਇਹ 3 ਬਿੱਲ ਜਿਹੜੇ ਇਕੱਠੇ ਪਾਸ ਹੋਏ ਔਰ ਇਹਨਾਂ ਦੀ ਵਿਰੋਧਤਾ ਪੰਜਾਬ ਦੇ ਮੈਂ ਤਾਂ ਇਹ ਗੱਲ ਵੀ ਨਹੀਂ ਕਹੂੰਗਾ ਕਿ ਪੰਜਾਬ ਦੇ ਕਿਸਾਨਾਂ ਨੇ, ਪੰਜਾਬ ਦੇ ਆਵਾਮ ਨੇ ਵਿਰੋਧਤਾ ਕੀਤੀ ਇਸ ਦੀ। ਪਹਿਲੀ ਵਾਰ ਹੋਇਆ ਹੈ ਕਿ ਮਤਲਬ ਸਾਡੇ ਵਿੱਚ ਇਹ ਨਹੀਂ ਗੱਲ ਕਿ ਇਹ ਬਿੱਲ ਬੜੇ ਭਿਆਨਕ ਨੇ, ਪਰ ਮੈਂ ਸਮਝਦਾ ਵੀ ਬਿੱਲ ਤਾਂ ਇਸ ਤੋਂ ਪਹਿਲਾਂ ਵੀ ਬੜੇ ਭਿਆਨਕ ਲੈ ਕੇ ਆਈਆਂ ਨੇ ਸਰਕਾਰਾਂ। ਸਾਨੂੰ ਕੋਈ ਅੱਜ ਦਾ ਥੋੜਾ ਲੁੱਟਿਆ ਕੁੱਟਿਆ, ਜਿਸ ਦਰਿਆ ਜਿਹੜੇ ਦਰਿਆ ਦੀ ਤੁਸੀਂ ਗੱਲ ਕਰਕੇ ਸ਼ੁਰੂ ਕੀਤਾ ਪ੍ਰੋਗਰਾਮ, ਤੇ ਇਹ ਦਰਿਆ ਵੀ ਤਾਂ ਕਿਸੇ ਵੇਲੇ ਸਾਡੇ ਤੋਂ ਖੋਹੇ ਆ, ਉਹਨਾਂ ਦੇ ਵੀ ਤਾਂ ਬਿੱਲ ਹੀ ਪਾਸ ਹੋਏ ਨੇ। ਓਕੇ। ਪਰ ਮਤਲਬ ਕੀ ਹੈ, ਆਪਣੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ, ਮਤਲਬ ਆਪਾਂ ਗੱਲ ਕਰਦੇ ਰਹੇ, ਜ਼ਿਕਰ ਕਰਦੇ ਰਹੇ ਹਾਂ ਕਿ ਜਦੋਂ ਪੰਜਾਬ ਦਾ ਪਾਣੀ ਨੂੰ ਮਤਲਬ ਜਿਹੜਾ ਹੈਗਾ ਦੂਜੀਆਂ ਸਟੇਟਾਂ ਨੂੰ ਦਿੱਤਾ ਤਾਂ ਮੁਆਵਜ਼ਾ ਦੇਣ ਦੀ ਗੱਲ ਕੀਤੀ ਸੀ, ਤੇ ਉਹ ਮੁਆਵਜ਼ੇ ਦਾ ਅਜੇ ਤੱਕ ਕਿਤੇ ਕੋਈ ਮਤਲਬ ਨਾਮੋ ਨਿਸ਼ਾਨ ਨਹੀਂ ਹੈਗਾ। ਸੋ ਮੈਂ ਆਪਾਂ ਇਸ ਗੱਲ ਦੇ ਵਿੱਚ ਕਹਿਣ ਤੋਂ ਭਾਵ ਤੁਹਾਡੇ ਕਿ ਬਿੱਲ ਇਸ ਤੋਂ ਵੀ ਭਿਆਨਕ ਬੜੀ ਵਾਰ ਆ ਚੁੱਕੇ ਨੇ, ਪਰ ਡਾਕਟਰ ਸਾਹਿਬ ਹੁਣ ਜਦੋਂ ਜਾਗ ਖੁੱਲੀ ਉਦੋਂ ਸਵੇਰਾ ਨਹੀਂ ਸਮਝ ਲੈਣਾ ਚਾਹੀਦਾ। ਬਿਲਕੁਲ ਬਿਲਕੁਲ ਮੈਂ ਇਹ ਕਹਿੰਦਾ ਨਹੀਂ ਜੀ। ਇੱਕ ਹੋਰ ਵੀ ਗੱਲ ਹੈ ਜੀ, ਮਤਲਬ ਜਦੋਂ ਅਸੀਂ ਕਿਸੇ ਵੀ ਜਦੋਂ ਕਿਸੇ ਨੂੰ ਵਿਸ਼ਵਾਸ 'ਚ ਲੈ ਕੇ ਅਸੀਂ ਕੁੱਟਦੇ ਤੇ ਲੁੱਟਦੇ ਹਾਂ ਨਾ, ਤਾਂ ਉਹਦੇ ਵਿੱਚ ਮਤਲਬ ਇਹ ਅਜਿਹਾ ਹੀ ਵਾਪਰਦਾ ਹੈ ਕਿ ਹਰ ਜਾਂ ਪਹਿਲੀ ਸਾਟੀ ਜਿਹੜੀ ਹੈਗੀ ਹੈ ਉਹ ਇਹ ਨਹੀਂ ਲੱਗਦੀ ਕਿ ਮਤਲਬ ਜਿਹੜੀ ਹੈਗੀ ਹੈ ਵੀ ਉਹ ਮੈਨੂੰ ਮਾਰਨ ਦੀ ਨੀਅਤ ਨਾਲ ਮਾਰੀ ਹੈ। ਉਹ ਕਿਉਂਕਿ ਸਾਨੂੰ ਪਹਿਲਾਂ ਇਦੋਂ ਪਿਛਲੇ 30-40 ਸਾਲ ਤੱਕ 50 ਸਾਲ 70 ਸਾਲ ਹੀ ਹੋ ਗਏ ਨੇ ਹੁਣ, ਔਰ ਇਹਦੇ ਵਿੱਚ ਜਿਹੜੇ ਜਿੰਨੇ ਧੋਖੇ ਹੋਏ ਨੇ ਉਹ ਸਾਡੇ ਲੀਡਰਾਂ ਦੇ ਰਾਹੀਂ, ਸਾਡੇ ਲੀਡਰਾਂ ਨੂੰ ਵਿਸ਼ਵਾਸ 'ਚ ਲੈ ਕੇ, ਕੁਛ ਜਾਣੇ 'ਚ ਕੁਛ ਅਣਜਾਣੇ 'ਚ, ਔਰ ਕੁਛ ਉਹਨਾਂ ਨੂੰ ਲਾਲਚ ਦੇ ਕੇ ਸ਼ੁਰੂ ਤੋਂ ਲੈ ਕੇ ਮਤਲਬ ਜਿਹੜੀਆਂ ਸਾਨੂੰ ਸੱਟਾਂ ਮਾਰੀਆਂ ਉਹ ਸਾਡੇ ਲੀਡਰਾਂ ਨੇ ਆ ਕੇ ਦੱਸਦੇ ਰਹੇ, ਉਹ ਸਾਨੂੰ ਸਮਝਾਉਂਦੇ ਰਹੇ ਵੀ ਇਹ ਤਾਂ ਪਿਆਰ ਦੀ ਸੱਟ ਹੈ, ਇਹਦੇ ਬਿਨਾਂ। ਔਰ ਕੁਛ ਹੱਦ ਤੱਕ ਮੈਂ ਸਮਝਦਾ ਵੀ ਸਾਡੀ ਚਲੋ ਇਖਲਾਕੀ ਜ਼ਿੰਮੇਵਾਰੀ ਵੀ ਬਣਦੀ ਸੀ ਕੁਛ ਹੱਦ ਤੱਕ, ਇੰਨੀ ਨਹੀਂ ਕਿ ਸਾਨੂੰ ਮਤਲਬ ਮਾਰ ਕੇ ਤੇ ਦੂਸਰਿਆਂ ਨੂੰ ਖੁਸ਼ਹਾਲ ਕਰ ਦਿੱਤਾ ਜਾਵੇ, ਇਹ ਗੱਲ ਤਾਂ ਨਹੀਂ। ਪਰ ਕੁਛ ਸਾਡੀ, ਕਿਉਂਕਿ ਪੂਰੇ ਦੇਸ਼ ਦੇ ਵਿੱਚ ਅਨਾਜ ਨਹੀਂ ਸੀਗਾ, ਔਰ ਸਾਡੇ ਕੋਲੇ ਜਿਹੜਾ ਹੈਗਾ ਮਤਲਬ ਇੱਕ ਬੜੀ ਕੁਦਰਤ ਦੀ ਦੇਣ ਹੈ ਪੰਜਾਬ ਨੂੰ ਕਿ ਪੰਜਾਬ ਦੇ ਧਰਾਤਲ ਦੇ ਉੱਤੇ ਮਤਲਬ ਅੱਜ ਵੀ ਇੱਥੋਂ ਦੀ ਧਰਤੀ ਜਿਹੜੀ ਹੈ ਇੰਨੀਆਂ ਰੇਹਾਂ ਸਪਰੇਆਂ ਤੋਂ ਬਾਅਦ, ਇੰਨੀਆਂ ਸੱਟਾਂ ਖਾਣ ਤੋਂ ਬਾਅਦ ਵੀ 1 ਸਾਲ ਦੇ ਵਿੱਚ ਅੱਜ ਦੇ ਭਾਵਾਂ ਦੇ 1 ਲੱਖ ਰੁਪਏ ਦੇ ਦਾਣੇ ਪੈਦਾ ਕਰਦੀ ਹੈ। ਸੋ ਇਹ ਇਸ ਗੱਲ ਦਾ ਪ੍ਰਤੀ ਏਕੜ ਸੋ ਇਸ ਗੱਲ ਦਾ ਫਾਇਦਾ ਪੂਰੇ ਹਿੰਦੁਸਤਾਨ ਨੇ ਉਠਾਇਆ, ਔਰ ਅਸੀਂ ਨਹੀਂ ਕਹਿੰਦੇ ਕਿ ਉਹ ਨਜਾਇਜ਼ ਉਠਾਇਆ, ਉਠਾਉਣਾ ਵੀ ਚਾਹੀਦਾ ਸੀ। ਸਾਡੇ ਭਰਾ ਨੇ, ਅਸੀਂ ਜੇ ਅਨਾਜ ਇੱਥੇ ਪੈਦਾ ਹੁੰਦਾ ਤੇ ਉਹਨਾਂ ਕੋਲ ਜਾਂਦਾ ਤਾਂ ਕੋਈ ਮਾੜੀ ਗੱਲ ਨਹੀਂ ਹੈ। ਪਰ ਜਿਹੜਾ ਕੀ ਸਾਡੀਆਂ ਸਰਕਾਰਾਂ, ਕੀ ਸਾਡੇ ਪ੍ਰਬੰਧਕ, ਮੈਂ ਤਾਂ ਪ੍ਰਬੰਧਕ ਕਹੂੰਗਾ, ਸਰਕਾਰਾਂ ਸ਼ਬਦ ਵਰਤ ਲਓ ਜਾਂ ਮਤਲਬ ਜਿਹੜਾ, ਕਿਉਂਕਿ ਇਹਦੇ ਵਿੱਚ ਸਾਰੇ ਜਿੰਨੇ ਸਰਕਾਰਾਂ ਤਾਂ ਅਦਲ ਬਦਲ ਹੁੰਦੀਆਂ ਰਹਿੰਦੀਆਂ ਨੇ, ਜਿਹੜੇ ਮਤਲਬ ਪਾਲਿਸੀਆਂ ਬਣਾਉਣ ਵਾਲੇ, ਉਹਨਾਂ ਨੂੰ ਇੰਪਲੀਮੈਂਟ ਕਰਨ ਵਾਲੇ ਅਫੀਸਰ ਕੇਡਰ ਆ ਜਾਂਦਾ ਜਿਹਦੇ ਵਿੱਚ, ਜਾਂ ਸਾਡੇ ਹੋਰ ਮਤਲਬ ਬੁੱਧੀਜੀਵੀ ਵਿਚਾਰਵਾਨ ਜਿਹੜੇ ਲੋਕ ਆਉਂਦੇ ਨੇ, ਕਿ ਉਹਨਾਂ ਨੂੰ ਕਿਹੜਾ ਪਤਾ ਨਹੀਂ ਕਿ ਇਹ ਕਹਾਣੀ ਕਿੱਧਰ ਜਾ ਰਹੀ ਸੀ ਔਰ ਕਿੱਥੋਂ ਅਸੀਂ ਤੋਰੀ ਹੋਈ ਹੈ ਔਰ ਕਿੱਥੇ ਲੈ ਗਏ। ਇਹ ਸਭ ਨੂੰ ਪਤਾ ਹੈ। ਔਰ ਮੈਂ ਕਹਿੰਦਾ ਵੀ ਸਗੋਂ ਅਸੀਂ ਜੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਸਮੇਂ ਦੀ ਇੱਕ ਲਿਮਟ ਵੀ ਹੁੰਦੀ ਹੈ, ਜੇ ਅਸੀਂ ਲਿਮਟ ਦੇ ਵਿੱਚ ਰਹਿ ਕੇ ਗੱਲ ਕਰੀਏ, ਆਪਾਂ ਬਿੱਲਾਂ ਦਾ, ਇਹਨਾਂ ਬਿੱਲਾਂ ਦਾ ਮੈਂ ਬਹੁਤਾ ਤਬਸਰਾ ਨਾ ਕਰਾਂ, ਕਿਉਂਕਿ ਇਹਨਾਂ ਦੇ ਉੱਤੇ ਵਿਚਾਰ ਬਹੁਤ ਲੰਬੀ ਚੌੜੀ ਜਿਹੜੀ ਹੈਗੀ ਹੈ ਪਿਛਲੇ ਮਹੀਨੇ 1.5 ਮਹੀਨੇ ਤੋਂ ਕਾਫੀ ਹੋ ਚੁੱਕੀ ਹੈ, ਔਰ ਲਗਭਗ ਹਰੇਕ ਦਰਸ਼ਕ ਤੱਕ, ਹਰੇਕ ਮਤਲਬ ਸੂਝਵਾਨ ਬੰਦੇ ਨੂੰ ਇਸ ਗੱਲ ਦਾ ਨਹੀਂ। ਆਪਾਂ ਉਹ ਗੱਲ ਛੱਡ ਦਈਏ, ਆਪਾਂ ਬਿੱਲਾਂ ਦੀ ਇੱਕ ਪਾਸੇ ਰੱਖ ਦਈਏ। ਜੀ ਠੀਕ ਹੈ। ਮੈਂ ਤੁਹਾਡੇ ਤੇ ਸਵਾਲ ਕੀਤਾ ਹੈ ਕਿ ਪੰਜਾਬ ਦੀ ਕਿਸਾਨੀ ਦਾ ਤੇ ਪੰਜਾਬ ਦੀ ਖੇਤੀ ਦਾ ਕੀ ਭਵਿੱਖ ਹੋਵੇਗਾ ਜੀ। ਸੋ ਇਸ ਵਿਸ਼ੇ ਤੇ ਹੀ ਆਉਣ ਲੱਗੇ ਸੀ ਆਪਾਂ। ਮੈਂ ਵੀ ਇਹੀ ਕਹਿਣਾ ਚਾਹ ਰਿਹਾ ਸੀ ਤੁਹਾਨੂੰ ਕਿ ਆਪਾਂ ਮਤਲਬ ਉਹਨੂੰ ਛੱਡ ਕੇ ਜਿਹੜੇ ਭਵਿੱਖ ਦੀ ਜੇ ਗੱਲ ਕਰਦੇ ਹਾਂ ਅੱਜ, ਕਿਉਂਕਿ ਵਿਚਾਰ ਬਹੁਤ ਹੋ ਚੁੱਕੀ ਹੈ। ਮਖੂ ਸਾਹਿਬ, ਮੈਨੂੰ ਇਹ ਲੱਗ ਰਿਹਾ ਹੈ, ਮੇਰੇ ਜਾਤੀ ਵਿਚਾਰ ਦੇ ਮੁਤਾਬਕ, ਤੁਹਾਨੂੰ ਧਿਆਨ ਹੋਏਗਾ ਆਪਾਂ ਪਿਛਲੇ ਇੱਕ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਪੰਜਾਬ ਦੇ ਕਿਸਾਨ ਦਾ ਪੁੱਤਰ ਜੇ ਐਂਡਰਾਇਡ ਫੋਨ ਲੈ ਕੇ ਬੈਠਾ ਹੈ, ਔਰ ਅੱਜ ਮਤਲਬ ਐਂਡਰਾਇਡ ਫੋਨ ਤੋਂ ਭਾਵ ਕਹਿਣ ਦਾ ਮਤਲਬ ਕਿ ਅੱਜ ਦੇ ਤਾਜ਼ਾ ਹਾਲਾਤ, ਅੱਜ ਜਿਸ ਸਟੇਜ ਤੇ, ਜਿਸ ਮੁਕਾਮ ਤੇ ਅਸੀਂ ਪਹੁੰਚ ਚੁੱਕੇ ਹਾਂ, ਤਾਂ ਇੱਥੇ ਆ ਕੇ ਮਤਲਬ ਜਿਹੜੀ ਹੈ ਨਾ ਜੀ, ਜਿਹੜੀ ਸਭ ਤੋਂ ਵੱਧ ਜ਼ਰੂਰੀ ਸੀ ਉਹ ਸੀਗੀ ਮਤਲਬ ਸਾਡੇ ਪੰਜਾਬ ਦੇ ਕਿਸਾਨੀ ਦੇ ਨਾਲ ਸੰਬੰਧਿਤ ਹੀ ਨਹੀਂ, ਬਲਕਿ ਮੈਂ ਕਹੂੰਗਾ ਵੀ ਪੰਜਾਬ ਦਾ ਜਿੰਨਾ ਮਜ਼ਦੂਰ ਵਰਗ, ਮੱਧ ਵਰਗ ਜਿੰਨਾ ਵੀ ਹੈਗਾ, ਜਿਹੜਾ ਮਤਲਬ ਜਿਹੜੇ ਆਪਣੀ
ਰੋਜ਼ਮਰਾ ਦੀ ਜ਼ਿੰਦਗੀ ਜਿਹੜੀ ਹੈ, ਜਿਹੜੀਆਂ ਮਿਹਨਤਕਸ਼ ਲੋਕ ਨੇ ਜਿਹਦੇ 'ਚ ਕਿਸਾਨ ਵੀ ਆਉਂਦਾ, ਉਹਨਾਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਕਮੀ ਮਹਿਸੂਸ ਹੋ ਰਹੀ ਸੀ ਇਸ ਤੋਂ ਪਹਿਲਾਂ, ਉਹ ਕਮੀ ਇਹ ਮਹਿਸੂਸ ਹੋ ਰਹੀ ਸੀ ਕਿ ਮਤਲਬ ਜਿਵੇਂ ਕਿਸੇ ਨੇ ਜਿਹੜਾ ਭੰਬਲ ਭੂਸਾ, ਪੋਲੀਟੀਕਲ ਪਾਰਟੀਆਂ ਨੇ ਭੰਬਲ ਭੂਸਾ ਪਾਇਆ ਹੋਇਆ ਸੀ, ਸਰਕਾਰੀ ਜਿਹੜਾ ਜਾਲ ਤੰਤਰ ਬੁਣਿਆ ਹੋਇਆ ਸੀ, ਔਰ ਉਹਦੇ ਵਿੱਚ ਸਾਰੇ ਦੇ ਸਾਰੇ ਅਸੀਂ ਇੰਟੈਗਲ ਹੋਏ ਸੀ। ਔਰ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜੇ ਅੱਜ ਹਾਲਾਤ ਬਣੇ ਨੇ, ਜਿਹੜੇ ਇਹ ਚਾਹੇ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਸੀ ਕਿ ਇਕੱਲੇ 3 ਬਿੱਲਾਂ ਦੇ ਉੱਤੇ 3 ਬਿੱਲ ਤਾਂ ਇੱਕ ਬਹਾਨਾ ਬਣੇ ਨੇ, ਔਰ ਮੈਂ ਇਹ ਸਮਝਦਾ ਕਿ ਅੱਜ ਸਾਡੇ ਪੰਜਾਬ ਦਾ ਆਵਾਮ ਜਿਹੜਾ ਮੱਧ ਵਰਗੀ ਆਵਾਮ, ਜਿਹੜਾ ਮਿਹਨਤਕਸ਼ ਲੋਕ, ਚਾਹੇ ਛੋਟਾ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਈਵਨ ਛੋਟੇ ਦੁਕਾਨਦਾਰ ਨੇ, ਉਹਨਾਂ ਦੇ ਵਿੱਚ ਇੱਕ ਜਾਗਰੂਕਤਾ ਆਈ ਹੈ, ਜਿਹੜੀ ਮਤਲਬ ਕੁਝ ਪਰਸੈਂਟ ਲੋਕ, ਕੋਈ 5-4% ਲੋਕ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਤੋਂ ਸੁਚੇਤ ਕਰਦੇ ਬੇਸ਼ੱਕ ਆ ਰਹੇ ਸੀ, ਪਰ ਮਤਲਬ ਆਮ ਆਵਾਮ ਦੇ ਵਿੱਚ ਜਿਵੇਂ ਨਾ ਮਤਲਬ ਉਹ ਮੈਸੇਜ ਜਿਹੜਾ ਪਹੁੰਚਦਾ ਨਹੀਂ ਸੀ। ਔਰ ਇਹਨਾਂ ਬਿੱਲਾਂ ਦੇ ਆਉਣ ਤੋਂ ਬਾਅਦ ਜਿਸ ਤਰੀਕੇ ਨਾਲ ਪਬਲਿਕ ਦੇ ਵਿੱਚ ਵਿਰੋਧ ਪੈਦਾ ਹੋਇਆ, ਔਰ ਜਿਸ ਤਰੀਕੇ ਨਾਲ ਪੰਜਾਬ ਦੇ ਖਾਸ ਕਰਕੇ ਨੌਜਵਾਨ ਕਿਸਾਨਾਂ ਦੀ, ਨੌਜਵਾਨਾਂ ਦੀ ਉਹਦੇ ਵਿੱਚ ਸ਼ਮੂਲੀਅਤ ਹੋਈ, ਔਰ ਸ਼ਮੂਲੀਅਤ ਹੋਣ ਦੇ ਨਾਲ ਮਤਲਬ ਮੀਡੀਆ ਦਾ ਯੁੱਗ ਹੈ ਜੀ, ਠੀਕ ਹੈ, ਔਰ ਉਹਦੇ ਉੱਪਰ ਇਨਫੋਰਮੇਸ਼ਨ ਜਿਹੜੀ ਹੈਗੀ ਹੈ, ਜਿਹੜੀ ਇਨਫੋਰਮੇਸ਼ਨ ਨੂੰ ਸਾਡਾ ਨੌਜਵਾਨ ਇਸ ਤੋਂ ਪਹਿਲਾਂ ਮਤਲਬ ਕੰਨ ਵੀ ਨਹੀਂ ਕਰਦਾ ਸੀ। ਇਹੀ ਕਲਾਕਾਰ ਜਿਨ੍ਹਾਂ ਦੇ ਬਾਰੇ ਅਸੀਂ ਰੌਲਾ ਪਾਉਂਦੇ ਸੀ ਕਿ ਇਹਨਾਂ ਕਲਾਕਾਰਾਂ ਦੇ ਗਾਣੇ ਸੁਣਦਾ ਹੈ, ਔਰ ਇਹਨਾਂ ਕਲਾਕਾਰਾਂ ਦੇ ਰਾਹੀਂ ਉਹ ਇਨਫੋਰਮੇਸ਼ਨ ਲੈਣੀ ਸ਼ੁਰੂ ਕਰ ਦਿੱਤੀ। ਸੋ ਇਹ ਇੱਕ ਬਹੁਤ ਵੱਡੀ ਤਬਦੀਲੀ ਮੈਂ ਸਮਝਦਾ ਜੀ, ਇਹਦੇ ਵਿੱਚੋਂ ਵੀ ਤੁਸੀਂ ਪੋਜ਼ਿਟਿਵ ਕੁਝ ਲੱਭ ਰਹੇ ਹੋ। ਅਸਲ 'ਚ ਪੋਜ਼ਿਟਿਵ ਇਹੀ ਹੈ, ਜੇਕਰ ਤੁਸੀਂ ਗੱਲ ਕਰੋਗੇ ਨਾ ਮੈਥੋਂ ਜੇ ਤੁਸੀਂ ਪੁੱਛੋਗੇ ਕਿ ਬਿੱਲਾਂ ਦੇ ਵਿੱਚੋਂ ਜਾਂ ਬਿੱਲਾਂ ਦੀ ਵਿਰੋਧਤਾ ਦੇ ਵਿੱਚੋਂ ਹੋਰ ਕੀ ਨਿਕਲਣਾ ਹੈ, ਜੇ ਅਸੀਂ ਕਹੀਏ ਕਿ ਕੇਂਦਰ ਦੀ ਸਰਕਾਰ ਇਹਨਾਂ ਬਿੱਲਾਂ ਨੂੰ ਬਦਲ ਕੇ ਜਾਂ ਅੱਜ ਦੇ ਕਿਸਾਨੀ ਸੰਘਰਸ਼ ਨੂੰ ਮਤਲਬ ਜਿਹੜਾ ਹੈਗਾ ਇਹਦੇ ਤੋਂ ਦਬਾਅ ਦੇ ਵਿੱਚ ਆ ਕੇ ਉਹ ਇਹਨਾਂ ਬਿੱਲਾਂ ਨੂੰ ਬਦਲ ਲਵੇਗੀ, ਜਾਂ ਇਹਦੇ ਬਦਲ ਦੇ ਰੂਪ ਦੇ ਵਿੱਚ ਸਾਨੂੰ ਕੁਝ ਹੋਰ ਬਹੁਤ ਚੰਗਾ ਦੇ ਦੇਵੇਗੀ, ਮੇਰਾ ਮਨ ਨਹੀਂ ਇਸ ਗੱਲ ਨੂੰ ਮੰਨਦਾ। ਇਹ ਗੱਲ ਤਾਂ ਮੇਰੇ ਖਿਆਲ ਦੇ ਮੁਤਾਬਕ ਕਿਸਾਨੀ ਜਥੇਬੰਦੀਆਂ ਦੇ ਪ੍ਰਮੁੱਖ ਵੀ ਜਿਹੜੇ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਪੋਲੀਟੀਕਲ ਪਾਰਟੀਆਂ ਦੇ ਪ੍ਰਮੁੱਖ ਵੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹ ਜਿਹੜੇ ਬਿੱਲ ਇਹ ਪਾਸ ਹੋ ਚੁੱਕੇ ਆ, ਇਹਦੇ ਤੋਂ ਸਰਕਾਰ ਨੇ ਕਦਾਚਿਤ ਵੀ ਕਿਸੇ ਹਾਲਤ, ਕਿਉਂਕਿ ਉਹ ਸਰਕਾਰ ਵੀ ਕਿਹਨਾਂ ਦੀ ਹੈ, ਉਹਨਾਂ ਦਾ ਵੀ ਤਾਂ 70 ਸਾਲ ਦਾ ਏਜੰਡਾ ਹੈ, ਉਹ ਵਿਚਾਰੇ 70 ਸਾਲ ਦੇ ਲੱਗੇ ਹੋਏ ਸੀ, ਉਹ ਇੱਕ ਹਿੰਦੂ ਰਾਸ਼ਟਰ ਬਣਾਉਣ ਦੇ ਵੱਲ ਤੁਰੇ ਹੋਏ ਆ, ਔਰ ਉਹਨਾਂ ਨੇ ਜੇਕਰ ਤੁਹਾਡੇ ਸਾਰਿਆਂ ਦੇ ਮਤਲਬ ਜਿਹੜੇ ਅੱਜ ਉਹਨਾਂ ਨੇ ਛੰਟੇ ਤਿਆਰ ਕੀਤੇ ਸੀ, ਜੇ ਅੱਜ ਉਹਨਾਂ ਨੇ ਛੰਟੇ ਚੁੱਕੇ ਹੈ ਤੇ ਤੁਸੀਂ ਕਹੋ ਵੀ ਅੱਜ ਇਹਨਾਂ ਨੂੰ ਰੱਖ ਦਿਓ, ਤੇ ਉਹਨਾਂ ਦੇ ਵੀ ਤਾਂ ਆਪਣੇ ਸੁਪਨੇ ਨੇ, ਉਹਨਾਂ ਨੇ ਵੀ ਤਾਂ ਉਦੋਂ ਦੇ ਮਤਲਬ ਉਹਨਾਂ ਦਾ ਕਦੋਂ ਦੇ ਉਹ ਅੰਗਰੇਜ਼ਾਂ ਦੇ ਨਾਲ ਮਿਲ ਕੇ ਕੰਮ ਕਰਦੇ ਰਹੇ ਨੇ, ਇਸ ਵਤਨ ਦੇ ਨਾਲ, ਮੈਂ ਤਾਂ ਇਹ ਸਮਝੂਗਾ ਕਿ ਇਸ ਵਤਨ ਦੇ ਨਾਲ ਗਦਾਰੀ ਕਰਕੇ, ਔਰ ਅੱਜ ਉਹ ਕਿਸੇ ਵੀ ਤਰੀਕੇ ਨਾਲ ਆਪਣੇ ਬਹੁਗਿਣਤੀ ਲੋਕਾਂ ਨੂੰ ਇਹ ਗੱਲ ਕਨਵਿੰਸ ਕਰਾਉਣ ਦੇ ਵਿੱਚ ਕਾਮਯਾਬ ਹੋਏ, ਚਾਹੇ ਸਹੀ ਤਰੀਕਿਆਂ ਦੇ ਨਾਲ ਉਹਨਾਂ ਨੇ ਸੱਤਾ ਹਾਸਲ ਕੀਤੀ, ਚਾਹੇ ਗਲਤ ਤਰੀਕਿਆਂ ਨਾਲ ਕੀਤੀ, ਅੱਜ ਉਹ ਸੱਤਾ ਦੇ ਵਿੱਚ ਨੇ। ਸੋ ਸੱਤਾ ਦੇ ਵਿੱਚ ਨੇ ਤਾਂ ਉਹ ਆਪਣੇ ਜਿਹੜੇ ਏਜੰਡੇ ਨੇ ਉਹਨਾਂ ਨੂੰ ਲਾਗੂ ਕਰਨਗੇ ਹੀ ਕਰਨਗੇ ਜੀ। ਇਸ ਗੱਲ ਤੇ ਤਾਂ ਸਾਨੂੰ ਹੁਣ ਮਸਲਾ ਸਾਡਾ ਤਾਂ ਇਹ ਹੈ ਕਿ ਅਸੀਂ ਇਹਦੇ ਵਿੱਚੋਂ, ਇਹਨਾਂ ਹਾਲਾਤਾਂ ਦੇ ਵਿੱਚੋਂ ਅਸੀਂ ਕੀ ਕੱਢਿਆ ਤੇ ਸਾਡਾ ਭਵਿੱਖ ਕੀ ਮਤਲਬ ਹੋਣਾ ਚਾਹੀਦਾ, ਔਰ ਜੋ ਮੇਰੇ ਨਜ਼ਰੀਏ ਦੇ ਵਿੱਚ ਜਿਹੜਾ ਸਾਡਾ ਭਵਿੱਖ ਮੈਨੂੰ ਦਿਸਦਾ ਹੈ, ਉਹ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦਾ ਆਵਾਮ ਹੈ ਉਹ ਜਿਹੜਾ ਸੁਨੇਹਾ ਉਹਦੇ ਕੰਨਾਂ ਦੇ ਵਿੱਚ ਪੈਣਾ ਚਾਹੀਦਾ ਸੀ, ਔਰ ਉਹਦੇ ਵਾਸਤੇ ਬੜੇ ਅਲੱਗ ਤਰ੍ਹਾਂ ਦੇ ਹਾਲਾਤ ਕ੍ਰੀਏਟ ਕੀਤੇ ਗਏ ਸੀ। ਨਸ਼ਿਆਂ ਦਾ ਮਾਹੌਲ ਬਣਾਇਆ ਗਿਆ, ਰਾਜਨੀਤਿਕ ਪਿੜ ਜਿਹੜਾ ਸੀਗਾ ਉਹਨੂੰ ਬੜੀ ਵੱਖਰੀ ਦਿਸ਼ਾ ਤੇ ਦਸ਼ਾ ਦਿੱਤੀ ਗਈ ਸੀਗੀ, ਮਤਲਬ ਰੈਲੀਆਂ ਦੇ ਰੂਪ ਦੇ ਵਿੱਚ ਪਾਰਟੀਆਂ ਦੇ ਨੇ ਅਹੁਦੇਦਾਰੀਆਂ ਪਿੰਡ ਪੱਧਰ ਤੇ ਦੇ ਕੇ ਮਤਲਬ ਇੱਕ ਬੜਾ ਵੱਖਰਾ ਮਾਹੌਲ ਬਣਾਇਆ ਹੋਇਆ ਸੀ, ਔਰ ਉਸ ਦੇ ਵਿੱਚ ਅਸੀਂ ਇੰਟੈਗਲ ਹੋ ਚੁੱਕੇ ਸੀ। ਮੈਜੋਰਿਟੀ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਸੀਗੇ, ਖਾਸ ਕਰਕੇ ਇਸ ਵਰਗ ਦੇ ਲੋਕ, ਜਿਸ ਵਰਗ ਦੇ ਲੋਕਾਂ ਦੀ ਅਸੀਂ ਗੱਲ ਕਰਦੇ ਹਾਂ, ਤੇ ਉਹ ਮਤਲਬ 3-3 4-4 ਪਾਰਟੀਆਂ ਦੀਆਂ ਮਤਲਬ ਪੋਲੀਟੀਕਲ ਰੈਲੀਆਂ ਦੇ ਵਿੱਚ ਤੁਸੀਂ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਜਾਂਦਿਆਂ ਦੇਖਣ ਵਾਲੇ ਹੁੰਦੇ ਸੀਗੇ ਉਹ, ਔਰ ਆਪਣੇ ਆਪ ਨੂੰ ਹਰੇਕ ਗਰੁੱਪ ਆਪਣੇ ਆਪ ਨੂੰ ਜਸਟੀਫਾਈ ਕਰਦਾ ਸੀ, ਔਰ ਜਦ ਕਿ ਉਸ ਵੇਲੇ ਵੀ ਜਿਹੜੇ ਸੁਚੇਤ ਤੇ ਸਿਆਣੇ ਲੋਕ ਸੀ, ਜਿਹੜੇ ਹਾਲਾਤ ਨੂੰ ਭਾਂਪ ਰਹੇ ਸੀ, ਉਹ ਦੇਖ ਕੇ ਉਦੋਂ ਵੀ ਦਿਲ ਦੁਖਦਾ ਸੀ ਕਿ ਇਹ ਸਾਡਾ ਆਵਾਮ, ਸਾਡੇ ਲੋਕ ਜਿਹੜੇ ਹੈ, ਸਾਡੀ ਪੀੜਾ ਕੀ ਹੈ ਤੇ ਅਸੀਂ ਲੱਗੇ ਕਿਸ ਕੰਮ ਤੇ ਹੋਏ ਆ। ਇਹ ਸਾਨੂੰ ਮਤਲਬ ਜਿਹੜੇ ਕੁਝ ਲੋਕ ਜਿਹੜੇ ਹੈ ਇਹ ਗਲਤ ਮਾਹੌਲ ਪੈਦਾ ਕਰਕੇ ਸਾਨੂੰ ਇਸ ਪਾਸੇ ਜਾਣਬੁੱਝ ਕੇ ਲਾ ਰਹੇ ਨੇ, ਔਰ ਸਾਨੂੰ ਇਸ ਗੱਲ ਦਾ ਸਿਆਣੇ ਤੇ ਸੁਲਝੇ ਲੋਕਾਂ ਨੂੰ ਉਦੋਂ ਵੀ ਦਰਦ ਹੁੰਦਾ ਸੀ ਜੀ। ਔਰ ਅੱਜ ਜਦੋਂ ਲੋਕ ਮੁੜੇ ਨੇ,
ਅੱਜ ਹਾਲਾਤ ਕੁਦਰਤ ਵੱਲੋਂ ਇਸ ਤਰ੍ਹਾਂ ਦੇ ਪੈਦਾ ਹੋਏ, ਚਾਹੇ ਇਹਨਾਂ ਨੂੰ ਉਹ 3 ਛਾਂਟੇ ਜਿਹੜੇ ਇਕੱਠੇ ਮਾਰੇ ਉਹਨਾਂ ਨੇ, ਚਾਹੇ ਉਹਦੀ ਪੀੜਾ ਕਹਿ ਲਓ ਜਾਂ ਇਹ ਕਹਿ ਲਓ ਕਿ ਮਤਲਬ ਜਦੋਂ ਲਗਾਤਾਰ ਕੋਈ ਚੀਜ਼ ਲਗਾਤਾਰਤਾ ਦੇ ਵਿੱਚ ਵਾਪਰਦੀ ਹੈ ਤਾਂ ਉਦੋਂ ਕਿਸੇ ਨਾ ਕਿਸੇ ਵੇਲੇ, ਜਾਂ ਜਿਹਨੂੰ ਆਪਣੇ ਸਿਆਣੇ ਮਤਲਬ ਕਿ ਆਪਣੇ ਪਿੰਡਾਂ ਦੇ ਵਿੱਚ ਆਮ ਅੱਗੇ ਇਹ ਵੀ ਗੱਲ ਕਹਿੰਦੇ ਆ ਕਿ ਅੱਤ ਦਾ ਖੁਦਾ ਦਾ ਵੈਰ ਹੁੰਦਾ, ਜਾਂ ਉਹ ਕਹਿ ਲਓ ਕਿ ਉਹ ਵਾਪਰਿਆ ਕਿ ਮਤਲਬ ਜਦੋਂ ਹੁਣ ਕਿਸਾਨ ਐਸੋਸੀਏਸ਼ਨਾਂ ਦਾ ਮੈਂ ਧੰਨਵਾਦ ਕਰਨਾ ਚਾਹੂੰਗਾ ਇਸ ਗੱਲ ਦੇ ਵਿੱਚ। ਉਹਨਾਂ ਨੇ ਲਗਾਤਾਰ ਪਿਛਲੇ 50 ਸਾਲਾਂ ਦੇ ਵਿੱਚ, ਚਾਹੇ ਕੁਛ ਕਿਸੇ ਸਮੇਂ ਉਹਨਾਂ ਤੋਂ ਚੰਗਾ ਹੋਇਆ ਚਾਹੇ ਮਾੜਾ ਹੋਇਆ, ਪਰ ਉਹਨਾਂ ਨੇ ਆਪਣੀ ਲਗਾਤਾਰਤਾ ਬਰਕਰਾਰ ਰੱਖੀ, ਲੋਕਾਂ ਦੇ ਵਿੱਚ ਹਾਜ਼ਰੀ ਰੱਖੀ, ਔਰ ਅੱਜ ਉਸ ਹਾਜ਼ਰੀ ਨੂੰ ਲਾਉਂਦਿਆਂ ਹੋਇਆਂ ਉਹਨਾਂ ਨੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਜਦੋਂ ਸੱਦਾ ਦਿੱਤਾ ਤਾਂ ਅੱਜ ਉਹਨਾਂ ਨੇ ਪੋਲੀਟੀਕਲ ਪਾਰਟੀਆਂ ਨੂੰ ਪਛਾੜ ਦਿੱਤਾ। ਨਹੀਂ, ਪੋਲੀਟੀਕਲ ਪਾਰਟੀਆਂ ਨੂੰ ਪਛਾੜਨ ਦੇ ਵਿੱਚ ਤੁਹਾਨੂੰ ਲੱਗਦਾ ਵੀ ਕਿਸਾਨਾਂ ਦਾ ਰੋਲ ਹੈ, ਖਾਸ ਕਰਕੇ ਕਿਸਾਨ ਜਥੇਬੰਦੀਆਂ ਦਾ? ਦੇਖੋ ਮਖੂ ਸਾਹਿਬ, ਇਹਨੂੰ ਮੈਂ ਹੋਰ ਐਂਗਲ ਤੋਂ ਲੈਣਾ। ਮਤਲਬ ਦੇਖੋ, ਜਿਹੜੀ ਰਾਜਨੀਤਿਕ ਜਿਹੜੀ ਗੱਲਬਾਤ ਹੁੰਦੀ ਹੈ ਨਾ, ਜਾਂ ਰਾਜਨੀਤਿਕ ਨਜ਼ਰੀਆ ਜਿਹੜਾ ਹੈਗਾ, ਉਹ ਮਾਨਸਿਕਤਾ ਵੇਖਣੀ ਪੈਂਦੀ ਹੈ। ਜਿਹੜੀ ਅੱਜ ਲੋਕਾਂ ਦੀ ਮਾਨਸਿਕਤਾ ਹੈ ਨਾ, ਮੈਂ ਨਹੀਂ ਕਹਿੰਦਾ ਕਿ ਅੱਜ ਵੀ ਤੁਸੀਂ ਕਿਸੇ ਪਿੰਡ ਦੇ ਵਿੱਚ ਜਾਓਗੇ ਨਾ ਤਾਂ ਤੁਹਾਨੂੰ ਮਤਲਬ ਅਕਾਲੀ ਦਲ, ਕਾਂਗਰਸ ਦੇ ਵਿੱਚ ਵੰਡੇ ਹੋਏ ਲੋਕ ਅੱਜ ਵੀ ਮਿਲ ਜਾਣਗੇ, ਠੀਕ ਹੈ। ਔਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਅੱਜ ਲੋਕ ਜਿਹੜੇ ਹੈਗੇ ਆ ਪੂਰੀ ਤਰ੍ਹਾਂ ਪਾਰਟੀਆਂ ਨੂੰ ਛੱਡ ਕੇ ਕਿਸਾਨ ਐਸੋਸੀਏਸ਼ਨਾਂ ਦੇ ਨਾਲ ਖੜ ਗਏ ਆ ਔਰ 100% ਮਤਲਬ ਕਿਸਾਨੀ ਝੰਡਾ ਜਾਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋ ਗਏ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਕਾਫੀ ਹੱਦ ਤੱਕ ਜਿਸ ਚੀਜ਼ ਦੀ ਜ਼ਰੂਰਤ ਸੀ, ਜਿੱਧਰੋਂ ਮਾਨਸਿਕਤਾ ਪੱਟਣ ਦੀ ਲੋੜ ਸੀ, ਜਿੱਥੋਂ ਇੱਕ ਜਿਵੇਂ ਬਾਬੇ ਬੁੱਲੇ ਸ਼ਾਹ ਦਾ ਕਹਿੰਦੇ ਨੇ ਕਿ ਇਧਰੋਂ ਪੱਟਣਾ ਤੇ ਇੱਧਰ ਲਾਉਣਾ, ਇਧਰੋਂ ਪੱਟਣ ਵਾਲਾ ਕੰਮ ਜਿਹੜਾ ਹੈਗਾ, ਜਿਹੜਾ ਮਤਲਬ ਮੈਨੂੰ ਐਸਾ ਲੱਗਦਾ ਵੀ ਡਾਕਟਰ ਸਾਹਿਬ, ਮੈਂ ਤੁਹਾਡੀ ਗੱਲ ਨਾਲ ਚਲੋ ਸਹਿਮਤੀ ਅਸਹਿਮਤੀ ਇਹ ਵਿਚਾਰਕ ਤਕਰਾਰ ਹੁੰਦੇ ਰਹਿੰਦੇ ਆ। ਮੈਨੂੰ ਇੰਝ ਲੱਗਦਾ ਪਿਆ ਵੀ ਸੋਸ਼ਲ ਮੀਡੀਆ ਤੇ ਜਦੋਂ ਇਸ ਚੀਜ਼ ਦਾ ਪ੍ਰਚਾਰ ਹੋਇਆ, ਲੋਕਾਂ ਨੂੰ ਇੰਝ ਜਾਪਿਆ ਵੀ ਸਾਡੀਆਂ ਜ਼ਮੀਨਾਂ ਖੁੱਸਦੀਆਂ ਪਈਆਂ ਨੇ, ਇਹ ਕਾਰਪੋਰੇਟ ਘਰਾਣੇ ਆ ਜਾਣਗੇ, ਇਸ ਕਰਕੇ ਹੁਣ ਹਮਲਾ ਮਾਰ ਲਓ, ਹੁਣ ਤਗੜੇ ਹੋ ਜਾਓ। ਕਾਰਨ ਇਹ ਬਣਿਆ ਕਿਸਾਨ ਜਥੇਬੰਦੀਆਂ ਦੀ ਤੁਸੀਂ ਗੱਲ ਕਰਦੇ ਹੋ, ਮੈਂ ਕਿਸੇ ਦਾ ਵਿਰੋਧੀ ਨਹੀਂ ਹਾਂ, ਪਰ ਇੰਝ ਕਹਿ ਲਈਏ ਵੀ ਕਿਸਾਨ ਜਥੇਬੰਦੀਆਂ ਨੂੰ ਇੱਕ ਹੁਲਾਰਾ ਮਿਲਿਆ, ਇੱਕ ਮਜ਼ਬੂਤੀ ਮਿਲੀ ਹੈ। ਉਹ ਤੇ ਆਪ ਖੁਦ ਇਹ ਗੱਲ ਮੇਰੇ ਸਟੂਡੀਓ ਵਿੱਚ ਆ ਕੇ ਕਹਿ ਰਹੇ ਨੇ ਵੀ ਪੂਰੀ ਜ਼ਿੰਦਗੀ ਲੰਘ ਗਈ ਸਾਡੀ, ਸਾਨੂੰ ਇਹੋ ਜਿਹਾ ਹੁਲਾਰਾ ਨਹੀਂ ਕਦੀ ਮਿਲਿਆ ਜਿਹੋ ਜਿਹਾ ਹੁਲਾਰਾ ਹੁਣ ਮਿਲ ਗਿਆ। ਸੋ ਇਹੋ ਜਿਹੇ ਹੁਲਾਰੇ ਦੀ ਆਸ ਉਹਨਾਂ ਨੂੰ ਵੀ ਨਹੀਂ ਸੀ, ਤੇ ਕਿਤੇ ਨਾ ਕਿਤੇ ਮੈਨੂੰ ਵੀ ਇੰਝ ਲੱਗਦਾ ਸੀ ਵੀ ਪੰਜਾਬੀ ਬਹੁਤ ਡੂੰਘੀ ਨੀਂਦ ਦੇ ਵਿੱਚ ਸੁੱਤਾ ਹੋਇਆ ਹੈ। ਇਹੋ ਜਿਹੇ ਕਈ ਅੱਗੇ ਬਿੱਲ ਆ ਗਏ, ਹੁਣ ਵੀ ਆ ਗਿਆ, ਹੁਣ ਫਰਕ ਨਹੀਂ ਪੈਣਾ। ਪਰ ਇੱਕ ਕਿਸਮ ਦਾ ਲੋਕਾਂ ਨੂੰ ਜਦੋਂ ਇੰਝ ਜਾਪਿਆ ਨਾ ਵੀ ਇਹ ਤੇ ਸਾਡਾ ਹੁਣ ਜਮਾ ਹੀ, ਉਹ ਭਾਵੇਂ ਬਿੱਲ ਦੀ ਸਮਝ ਹੈ ਕਿ ਨਹੀਂ ਹੈ, ਪਰ ਲੋਕਾਂ ਦੇ ਕੋਲੋਂ ਇਹਨਾਂ ਕੁਝ ਸੁਣਦਿਆਂ ਸਾਡੀਆਂ ਜ਼ਮੀਨਾਂ ਖੁੱਸ ਗਈਆਂ, ਉਹ ਇਸ ਕਰਕੇ ਸੜਕਾਂ ਦੇ ਉੱਪਰ ਆ ਗਿਆ। ਮੈਨੂੰ ਐਸਾ ਲੱਗਦਾ ਪਿਆ। ਚਲੋ ਖੈਰ, ਕੁਝ ਵੀ ਹੋ ਗਿਆ, ਕਿਸਾਨ ਸੜਕਾਂ ਦੇ ਉੱਪਰ ਆ ਗਿਆ। ਜੇ ਆਪਾਂ ਉੱਥੇ ਸ਼ੰਭੂ ਬਾਰਡਰ ਮੋਰਚੇ ਦੀ ਵੀ ਗੱਲ ਕਰੀਏ ਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਜਿੰਨਾ ਕੋਈ ਇਕੱਠ ਹੁੰਦਾ ਹੈ, ਹੁਣ ਦੀਪ ਸਿੱਧੂ ਵੀਰ ਦਾ ਉੱਥੇ ਤੇ ਕੋਈ ਝੰਡਾ ਨਹੀਂ ਲੱਗਾ ਹੋਇਆ, ਉਸ ਤੋਂ ਬਾਅਦ ਇਕੱਠ ਉੱਥੇ ਵੀ ਹੋ ਜਾਂਦਾ ਹੈ, ਰੋਜ਼ਾਨਾ ਦਾ ਪ੍ਰੋਗਰਾਮ ਦਿੱਤਾ ਜਾਂਦਾ ਹੈ। ਸੋ ਕਹਿਣ ਤੋਂ ਭਾਵ ਲੋਕ ਕਿਤੇ ਨਾ ਕਿਤੇ ਥੋੜੇ ਜਿਹੇ ਅਵੇਅਰ ਹੋਏ ਨੇ, ਮੁੱਦਿਆਂ ਵਾਲੇ ਪਾਸੇ ਮੁੜੇ ਨੇ, ਔਰ ਮੈਨੂੰ ਲੱਗਦਾ ਪਿਆ ਵੀ ਆਉਣ ਵਾਲੇ ਸਮੇਂ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਵੀ ਤਬਦੀਲੀ ਆਵੇਗੀ। ਸ਼ਾਇਦ ਕਿਤੇ ਹੁਣ ਆ ਕੇ ਮੁੱਦਿਆਂ ਤੇ ਰਾਜਨੀਤੀ ਹੋਣ ਲੱਗ ਪਵੇ, ਮੈਨੂੰ ਐਸਾ ਲੱਗਦਾ ਪਿਆ। ਅੱਗੇ ਹੁੰਦਾ ਸੀ ਵੀ ਇਹ ਕਾਂਗਰਸ ਪਾਰਟੀ ਹੈ, ਸਾਡਾ ਦਾਦਾ ਜੁੜਿਆ ਹੋਇਆ ਸੀ, ਅਸੀਂ ਖਾਨਦਾਨੀ ਜੁੜੇ ਹੋਏ ਹਾਂ, ਅਸੀਂ ਪੈਦਾਇਸ਼ੀ ਕਾਂਗਰਸੀ ਹਾਂ, ਕੋਈ ਕਹਿੰਦਾ ਪੈਦਾਇਸ਼ੀ ਅਕਾਲੀ ਹਾਂ। ਹੁਣ ਲੋਕ ਕਹਿਣਗੇ ਨੇ ਮੁੱਦਿਆਂ ਦੇ ਉੱਪਰ ਅਸੀਂ ਕਰਾਂਗੇ। ਕਿਤੇ ਨਾ ਕਿਤੇ ਕੁਛ ਇਹ ਤੇ ਹੋ ਗਏ ਚੰਗੇ ਸੰਕੇਤ, ਲੋਕਾਂ ਦਾ ਅਵੇਅਰ ਹੋਣਾ। ਉਹ ਬਿੱਲ ਸਹੀ ਗਲਤ ਤੇ ਇੱਕ ਵਾਰੀ ਪਾਸੇ ਹੀ ਛੱਡ ਦਿਓ ਨਾ, ਲੋਕ ਅਵੇਅਰ ਹੋ ਗਏ ਨੇ ਖੇਤੀ ਨੂੰ ਲੈ ਕੇ। ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਵੀ ਇੱਕ ਪੂਰੇ ਵਰਲਡ ਦੇ ਵਿੱਚ ਇੱਕ ਐਸੀ ਬਾਉਲ ਹੈ ਜਿੱਥੇ ਸਾਰੀਆਂ ਕੀ ਰੁੱਤਾਂ ਨੇ, ਜਿੱਥੇ ਹਰ ਪ੍ਰਕਾਰ ਦੀ ਫਸਲ ਹੋ ਜਾਂਦੀ ਹੈ, ਜੋ ਦੁਨੀਆ ਵਿੱਚ ਸ਼ਾਇਦ ਕਿਤੇ ਵੀ ਨਹੀਂ ਹੈ। ਲੋਕਾਂ ਨੂੰ ਸਮਝ ਪਈ ਹੈ, ਆਪਣੇ ਸੱਭਿਆਚਾਰ ਦੀ ਸਮਝ ਪਈ ਹੈ, ਲੋਕ ਸੜਕਾਂ ਦੇ ਉੱਪਰ ਆ ਗਏ ਹੈ। ਪਰ ਪੰਜਾਬ ਦੀ ਖੇਤੀ ਜੇ ਬਿੱਲ ਵਾਪਸ ਵੀ ਹੋ ਜਾਂਦੇ ਨੇ ਤੇ ਕਿਸਾਨ ਤੇ ਅੱਗੇ ਕਰਜ਼ਾਈ ਸੀ, ਬਾਲ ਵਾਲੇ ਦਾ ਵੱਧਾ ਪਿਆ ਸੀ, ਸਾਰੇ ਜਿਹੜੇ ਨੰਬਰ ਅੱਜ ਵੀ ਕਢਾ ਕੇ ਵੇਖ ਲਵੋ, ਨੰਬਰ ਕੋਈ ਕਿਸੇ ਦੇ ਫ੍ਰੀ ਨਹੀਂ ਹੈ, ਬੁਰੇ ਹਾਲਾਤ ਨੇ। ਇਹ ਤੇ ਕਿਸਾਨੀ ਦਾ ਭਵਿੱਖ ਕੀ ਹੋਏਗਾ? ਮੈਂ ਤਾਂ ਸਿਰਫ ਇਹ ਸਵਾਲਾਂ 'ਚ ਲੈ ਕੇ ਉੱਠਿਆ ਮਾਂ। ਬਿੱਲ ਵਾਪਸ ਹੋਣ ਨਾ ਹੋਣ, ਪੰਜਾਬ ਦਾ ਕਿਸਾਨ ਅੱਗੇ ਵੀ ਮਰਦਾ ਪਿਆ ਸੀ, ਸਰਦਾਰ ਸਾਹਿਬ ਪੰਜਾਬ ਦਾ ਕਿਸਾਨ ਹੁਣ ਵੀ ਮਰਦਾ ਪਿਆ ਸੜਕਾਂ ਦੇ ਉੱਪਰ। ਅੱਗੇ ਵੀ ਆਪਣਾ ਚੰਮ ਸਾੜਦਾ ਸੀ, ਹੁਣ ਜਦੋਂ ਰਾਤਾਂ ਨੂੰ ਮੈਂ ਨਿਕਲਦਾ ਮੈਂ ਸੜਕਾਂ ਦੇ ਉੱਪਰ ਸਾਡੇ ਬਾਪੂ ਬੈਠੇ ਹੁੰਦੇ ਨੇ ਠੰਡ ਦੇ ਵਿੱਚ ਰਜਾਈਆਂ ਲੈ ਕੇ, ਤੇ ਕਿਤੇ ਨਾ ਕਿਤੇ ਆਤਮਾ ਕਲਪਦੀ ਹੈ। ਮੈਂ ਕਹਿੰਦਾ ਵੀ ਪੰਜਾਬ ਦੀ ਕਿਸਾਨੀ ਦਾ ਤੁਹਾਨੂੰ ਕੀ ਲੱਗਦਾ ਪਿਆ ਵੀ ਇਹਦੇ ਵਿੱਚੋਂ ਹੁਣ ਕੋਈ ਨਵਾਂ ਨਿਕਲੇਗਾ, ਕੋਈ ਭਵਿੱਖ ਨਿਕਲੇਗਾ ਕਿ 4 ਦਿਨ ਵਿਚਾਰੇ ਰੌਲਾ ਪਾ ਕੇ ਬਹਿ ਜਾਣਗੇ? ਕਿਉਂਕਿ ਸਰਕਾਰ ਅੜੀਅਲ ਸੁਭਾਅ ਤੇ ਅੜੀ ਹੋਈ ਹੈ। ਮਖੂ ਸਾਹਿਬ,
ਮੈਂ ਉਹੀ ਗੱਲ ਕਹਿ ਰਿਹਾ ਸੀ ਤੁਹਾਨੂੰ ਕਿ ਇੱਧਰੋਂ ਪੱਟਣਾ ਤੇ ਇੱਧਰ ਲਾਉਣਾ ਵਾਲੀ ਗੱਲ ਜਿਹੜੀ ਆਪਾਂ ਕੀਤੀ ਸੀ, ਇਹ ਮਤਲਬ ਕਿਸੇ ਇੱਕ ਥਾਂ ਤੋਂ ਮਾਨਸਿਕਤਾ ਪੱਟ ਕੇ ਆਪਦੇ ਮੁੱਦਿਆਂ ਵੱਲ, ਆਪਦੇ ਵਿਸ਼ੇ ਵੱਲ ਲੈ ਕੇ ਆਉਣ ਦੀ ਜ਼ਰੂਰਤ ਸੀ, ਜਿਹੜੀ ਕਿ ਇਹ ਤੋਂ ਪਹਿਲਾਂ ਬਿਲਕੁਲ ਹੀ ਨਹੀਂ ਸੀ। ਹੁਣ ਆਪਾਂ ਮੈਂ ਤੁਹਾਡੇ ਨਾਲ ਇੱਕ ਮੈਥੇਮੈਟੀਕਲ ਜਿਹੜੀ ਆਪਣੀ ਗਣਿਤ ਦੀ ਭਾਸ਼ਾ ਦੇ ਵਿੱਚ ਜੇ ਆਪਾਂ ਗੱਲ ਕਰਦੇ, ਉਹ ਇਹ ਹੈ ਕਿ ਲੋਕਤੰਤਰ ਦੀ ਇੱਕ ਖੂਬੀ ਹੈ। ਸਰਕਾਰ ਕਿਹਨੂੰ ਕਹਿੰਦੇ ਅਸੀਂ, ਜਾਂ ਮਤਲਬ ਕਿ ਇਹ ਕੀ ਹੈ, ਇਹ ਤਾਣਾ ਬਾਣਾ ਕੀ ਹੈ? ਇਹ ਤਾਣਾ ਬਾਣਾ ਇਹ ਹੈ ਕਿ ਮਤਲਬ ਲੋਕਤੰਤਰ ਦੀ ਇੱਕ ਖੂਬੀ ਹੈ ਕਿ 49 ਬੁੱਧੀਜੀਵੀ ਲੋਕ ਜਿਹੜੇ ਹੈ ਉਹ 51 ਮਤਲਬ ਬੇਸਮਝੇ ਲੋਕਾਂ ਤੋਂ ਹਾਰ ਜਾਂਦੇ ਆ। ਠੀਕ ਹੈ ਜੀ। ਹੁਣ ਜੇ ਇਹ ਤਬਦੀਲੀਆਂ ਆਉਣਗੀਆਂ, ਜੇ ਇਹ ਤਬਦੀਲੀਆਂ ਆਈਆਂ ਨੇ, ਤੇ ਹੁਣ ਤੁਸੀਂ ਮੈਥੇਮੈਟੀਕਲ ਕੈਲਕੂਲੇਸ਼ਨ ਦੇ ਵਿੱਚ ਆ ਜਾਓ ਕਿ ਜਦੋਂ ਅਜਿਹੀਆਂ ਤਬਦੀਲੀਆਂ ਆਉਣਗੀਆਂ ਤਾਂ ਅਸੀਂ ਜਿਹੜੇ ਸਾਡੇ ਕੁਝ % ਲੋਕ ਜਿਹੜੇ ਇਹ ਸਮਝਾਂ ਰੱਖਦੇ ਸੀ, ਜਿਹੜੇ ਭਵਿੱਖ ਨੂੰ ਭਾਂਪਦੇ ਸੀ, ਉਹ ਵਾਰ-ਵਾਰ ਇਸ ਧਰਤੀ ਤੇ ਹਰਦੇ ਰਹੇ ਆ ਪਿਛਲੇ ਸਮੇਂ ਦੇ ਵਿੱਚ। ਠੀਕ ਹੈ ਜੀ। ਔਰ ਜਿਹੜੇ ਮਤਲਬ ਸ਼ਰਾਬ ਭੁੱਕੀ ਦੀ ਰਾਜਨੀਤੀ, ਨਸ਼ਿਆਂ ਦੀ ਰਾਜਨੀਤੀ, ਠੀਕ ਹੈ ਜੀ, ਇਹ ਕੁਝ ਨਵਾਂ ਹੋਏਗਾ। ਇੱਕ ਵੱਖਰੇ ਇੱਕ ਉਹ ਮਾਡਲ ਵਿਕਾਸ ਦੇ ਵਿਖਾ ਕੇ ਬੜੇ ਮਤਲਬ ਜਿਹਨੂੰ ਅਸੀਂ ਕਹਿ ਦਈਏ ਪੰਜਾਬੀ ਭਾਸ਼ਾ 'ਚ ਵੀ ਨਮੂਨੇ ਵਿਖਾਉਣਾ, ਉਹ ਨਮੂਨੇ ਵਿਖਾ ਕੇ ਜਿਹੜੇ ਸਾਨੂੰ ਕੁੱਟਦੇ ਤੇ ਲੁੱਟਦੇ ਰਹੇ ਆ। ਮੈਂ ਕਹਿੰਦਾ ਕਿ ਉਹਨਾਂ ਦੀ ਅੱਜ ਜਿਹੜੀ ਉਹਨਾਂ ਦਾ ਜਿਹੜਾ ਗ੍ਰਾਫ ਹੈ ਨਾ ਮੱਖੂ ਸਾਹਿਬ, ਉਹਦੇ ਵਿੱਚ ਇੱਕ ਚੇਂਜ ਆਉਣੀ ਸ਼ੁਰੂ ਹੋਈ ਹੈ। ਔਰ ਉਹ ਚੇਂਜ ਮੈਨੂੰ ਇਹ ਲੱਗਦਾ, ਮੈਂ ਕਿਸੇ ਨਜ਼ਰੀਏ ਤੋਂ ਨਹੀਂ ਦੇਖਦਾ। ਮੈਂ ਕਿਸੇ ਕਾਂਗਰਸ ਨੂੰ ਤੁਸੀਂ ਪੁੱਛ ਲਓ ਕਿ ਇਹਦੇ ਵਿੱਚ ਕਾਂਗਰਸ ਦਾ ਕੀ ਰੋਲ ਹੈ, ਇਹਦੇ ਵਿੱਚ ਅਕਾਲੀ ਦਲ ਦਾ ਕੀ ਰੋਲ ਹੈ, ਇਹਦੇ ਵਿੱਚ ਆਪ ਦਾ ਕੀ ਰੋਲ ਹੈ। ਅੱਜ ਤੱਕ ਦਾ ਜਿੰਨਾ ਪੋਲੀਟੀਕਲ ਪਾਰਟੀਆਂ ਦਾ ਰੋਲ ਹੈ ਉਹ ਸਾਰੇ ਦਾ ਸਾਰਾ ਹੀ ਨੈਗੇਟਿਵ ਹੈ। ਉਹਦਾ ਕਾਰਨ ਕੀ ਹੈ? ਕਿਉਂਕਿ ਪੋਲੀਟੀਕਲ ਪਾਰਟੀਆਂ ਜਿੰਨੀ ਦੇਰ ਤੱਕ ਆਵਾਮ ਜਿਹੜਾ ਹੈਗਾ, ਜਿੰਨੀ ਦੇਰ ਤੱਕ ਆਵਾਮ ਉਸ ਮੁੱਦੇ ਦੇ ਉੱਤੇ ਆਪਣਾ ਸਿਰ ਨਹੀਂ ਚੁੱਕਦਾ। ਆਪਾਂ ਪਿੱਛੇ ਵੀ ਇੱਕ ਗੱਲ ਕੀਤੀ ਸੀ ਇਸ ਵਿਸ਼ੇ ਦੇ ਉੱਤੇ ਕਿ ਲੋਕਾਂ ਨੇ ਇਹ ਪਾਣੀ ਲੁੱਟੇ ਗਏ, ਲੋਕਾਂ ਨੇ ਕਿਤੇ ਗੱਲ ਕੀਤੀ? ਲੋਕਾਂ ਨੇ ਆਪਣੇ ਥਾਣਿਆਂ ਦੇ ਮਸਲੇ, ਆਪਣੇ ਪਈਆਂ ਦੇ ਮਸਲੇ, ਆਪਣੇ ਖੇਤਾਂ ਦੇ ਛੋਟੇ ਮਸਲੇ, ਆਪਣੇ ਗਲੀਆਂ ਨਾਲੀਆਂ ਦੇ ਮਸਲੇ ਉਹਨਾਂ ਨੇ ਮੁੱਖ ਬਣਾ ਲਏ। ਔਰ ਇਸ ਕਰਕੇ ਜਿਹੜਾ ਸੀਗਾ ਕਿਤੇ ਇਹ ਗੱਲ ਹੁੰਦੀ ਦੇਖੀ। ਔਰ ਜਿਹੜੇ 2-4% ਲੋਕ ਇਹਨਾਂ ਵਿਸ਼ਿਆਂ ਦੇ ਉੱਤੇ ਗੱਲ ਕਰਦੇ ਸੀ, ਉਹ ਮੂੰਹ ਦੀ ਖਾਂਦੇ ਸੀ, ਹਰ ਕੇ ਬੈਠ ਜਾਂਦੇ ਸੀ। ਸੋ ਅੱਜ ਜੇ ਮਤਲਬ ਸਾਡੇ ਆਵਾਮ ਦੇ ਵਿੱਚ ਇੱਕ ਮੁੱਦਿਆਂ ਦੀ ਰਾਜਨੀਤੀ, ਇੱਕ ਆਪਣੀ ਇਸ ਧਰਤੀ ਦੀ, ਆਪਣੇ ਭਵਿੱਖ ਦੀ ਚਿੰਤਾ ਜਿਹੜੀ ਹੈਗੀ ਹੈ, ਜਦੋਂ ਉਹ ਥੋੜਾ ਬਹੁਤਾ ਮਤਲਬ ਉੱਪਰ ਉੱਠੂਗੀ ਤਾਂ ਮਤਲਬ ਜਿਹੜੀ ਪੋਲਿੰਗ ਬੂਥ ਦੇ ਉੱਤੇ ਜਿਹੜੀ 100 ਬੰਦੇ ਦੀ ਲਾਈਨ ਲੱਗਣੀ ਹੈ, ਉਹਦੇ ਵਿੱਚ ਭੁੱਕੀ, ਅਫੀਮ, ਸ਼ਰਾਬ ਤੇ ਪੈਸੇ ਦੇ ਨਾਲ ਵੋਟ ਦੇਣ ਵਾਲਿਆਂ ਦੀ ਗਿਣਤੀ ਘਟ ਚੁੱਕੀ। ਮੈਨੂੰ ਇਸ ਗੱਲ ਦੇ ਵਿੱਚ ਭਵਿੱਖ ਦਿੰਦਾ। ਜੇ ਤੁਸੀਂ ਕਹੋ ਕਿ ਮੋਦੀ ਬਦਲ ਕੇ ਕੋਈ ਹੋਰ ਆ ਗਿਆ ਤੇ ਸਾਡੇ ਨਾਲ ਖੈਰ ਕਰੂਗਾ, ਕੈਪਟਨ ਦੀ ਥਾਂ ਤੇ ਕਿਸੇ ਹੋਰ ਨੂੰ ਲਿਆਓਗੇ ਤਾਂ ਸਾਡੇ ਨਾਲ ਖੈਰ ਕਰੂਗਾ, ਸਾਡੇ ਨਾਲ ਕਿਸੇ ਨੇ ਖੈਰ ਨਹੀਂ ਕਰ। ਤਾਂ ਮਤਲਬ ਕਿਸੇ ਇਹਨਾਂ ਤੋਂ ਜੇ ਅਸੀਂ ਕੋਈ ਆਸ ਜਾਂ ਉਮੀਦ ਇਸ ਤਰੀਕੇ ਨਾਲ ਲਾ ਲਾਂਗੇ ਤਾਂ ਇਹ ਕੁਝ ਨਹੀਂ ਵਾਪਰਨਾ। ਇਹ ਸਾਡੀ ਜਿਹੜੀ ਸਾਡੀ ਪਬਲਿਕ ਦੇ ਵਿੱਚ ਅਵੇਅਰਨੈਸ ਦਾ ਜਿਹੜਾ ਵਿਸ਼ਾ ਹੈ, ਉਹ ਮੈਨੂੰ ਇਹ ਲੱਗਦਾ ਹੈ ਕਿ ਉਹ ਇਹਨਾਂ ਅੱਜ ਦੇ ਹਾਲਾਤਾਂ ਨੇ, ਜਿਹੜੇ ਇਹ ਹਾਲਾਤ ਪੈਦਾ ਹੋਏ, ਚਾਹੇ ਮੈਂ ਮਤਲਬ ਉਹ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਸੀਗਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹਨਾਂ ਦਾ ਧੰਨਵਾਦ ਇਸ ਕਰਕੇ ਕਿ ਉਹਨਾਂ ਨੇ ਇੱਕ ਪਲੇਟਫਾਰਮ ਨੂੰ ਘੱਟੋ ਘੱਟ ਜਿਉਂਦਾ ਰੱਖਿਆ। ਇੱਥੇ ਬੜੇ ਲੋਕ ਆਏ ਜਿਹੜੇ ਮਤਲਬ ਮਨਪ੍ਰੀਤ ਬਾਦਲ ਵਰਗੇ, ਜਿਨ੍ਹਾਂ ਨੇ ਕਿਹਾ ਵੀ ਅਸੀਂ ਆਪਾਂ ਇਨਕਲਾਬ ਦੀ ਲੋੜ ਹੈ, ਔਰ ਇਨਕਲਾਬ ਦੀ ਲੋੜ ਤਾਂ ਹੈਗੀ ਹੈ, ਔਰ ਪੰਜਾਬ ਦਾ ਆਵਾਮ ਉਹਨਾਂ ਦੇ ਨਾਲ ਤੁਰਿਆ, ਪਰ ਇਨਕਲਾਬ ਲੈ ਕੇ ਆਉਣ ਵਾਲੇ ਕਿਸੇ ਹੋਰ ਜਗ੍ਹਾ ਤੇ ਤੁਰ ਜਾਂਦੇ ਰਹੇ। ਸੋ ਭਾਵ ਕਹਿਣ ਦਾ ਮੈਂ ਇਸ ਕਰਕੇ ਕਹਿਣਾ ਕਿ ਉਹ ਮਰਦੇ ਜਿਉਂਦੇ ਅੱਜ ਉਹਨਾਂ ਦੇ ਵਿੱਚ ਮੱਖੂ ਸਾਹਿਬ ਜੇ ਚੰਗੇ ਤਰੀਕੇ ਨਾਲ ਅਧਿਐਨ ਕਰੋਗੇ, ਉਹਨਾਂ ਦੇ ਉੱਤੇ ਵਰਕ ਕਰੋ, ਉਹਨਾਂ ਤੇ ਤੁਹਾਡੇ ਮੀਡੀਆ ਤੇ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ, ਉਹਨਾਂ ਦੇ ਵਿੱਚ ਬਹੁਤ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇੱਦਾਂ ਦੇ ਬੈਠੇ ਨੇ ਜਿਹੜੇ ਮਤਲਬ ਆਪਦੇ ਕੈਰੀਅਰ ਛੱਡ ਕੇ ਲਗਾਤਾਰਤਾ ਦੇ ਵਿੱਚ ਕਿਸਾਨ ਸੇਵਾ ਦੇ ਵਿੱਚ, ਕਿਸਾਨਾਂ ਨੂੰ ਜਥੇਬੰਦ ਕਰਨ ਦੇ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਭੂਮਿਕਾ ਨਿਭਾਉਂਦੇ ਰਹੇ। ਮੈਂ ਇਹ ਨਹੀਂ ਕਹਿੰਦਾ ਸਾਰੇ ਮਗਰ ਨਾ ਲੱਗੋ, ਕਿਉਂਕਿ ਵਿੱਚ ਲੱਖੋਵਾਲ ਵਰਗੇ ਵੀ ਹੈਗੇ ਨੇ ਜਿਨ੍ਹਾਂ ਨੇ ਅਹੁਦੇ ਸੰਭਾਲੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਲੱਖੋਵਾਲ ਸਾਹਿਬ ਨੇ ਕੁਝ ਕੀਤਾ ਵੀ ਨਹੀਂ, ਪਰ ਜੇ ਉਹਨਾਂ ਨੇ ਕੁਝ ਕੀਤਾ ਹੋਊਗਾ ਤਾਂ ਉਹ ਕੈਬਨਿਟ ਰਿੰਕਾਂ ਤੇ ਵੀ ਰਹਿ ਚੁੱਕੇ ਨੇ। ਸੋ ਅੱਜ ਸੈਂਕੜੇ ਸਮਰਪਿਤ ਲੋਕ ਜਿਹੜੇ ਹੈਗੇ ਆ ਕਿਸਾਨ ਆਰਗੇਨਾਈਜੇਸ਼ਨਾਂ ਦੇ ਵਿੱਚ ਬੈਠੇ ਨੇ। ਕਿਸਾਨ ਜਥੇਬੰਦੀਆਂ ਦੇ ਉੱਪਰ ਕੋਈ ਇਸ ਤਰੀਕੇ ਦਾ ਦੋਸ਼ ਨਹੀਂ ਲੱਗਦਾ ਰਿਹਾ? ਨਹੀਂ, ਦੋਸ਼ ਲੱਗਣਾ ਤਾਂ ਮੱਖੂ ਸਾਹਿਬ ਇੱਕ ਇਹੀ ਸਾਨੂੰ ਜਿਹੜੀ ਹੈ ਨਾ ਸਾਡਾ ਬੁੱਧ ਦਾ ਜਿਹੜਾ ਸਾਡੀ ਸੋਚ ਦਾ ਪੱਧਰ ਹੈ ਨਾ, ਜਿਹੜਾ ਇਹ ਉੱਪਰ ਲੈ ਕੇ ਆਉਣਾ ਪਊਗਾ ਥੋੜਾ। ਦੋਸ਼ ਲੱਗਣਾ ਜਿਹੜਾ ਕਿਰਿਆਸ਼ੀਲ ਜਥੇਬੰਦੀ ਕੋਈ ਵੀ ਹੋਈ,
ਲੋਕਤੰਤਰ ਦੇ ਵਿੱਚ ਆਜ਼ਾਦੀ ਦੇ ਵਿੱਚ ਦੋਸ਼ ਲੱਗਣਾ ਉਹਦੇ ਤੇ ਜ਼ਰੂਰੀ ਹੈ ਔਰ ਦੋਸ਼ ਲੱਗਦੇ ਵੀ ਰਹਿਣਗੇ। ਦੇਖਣਾ ਇਹ ਬਣਦਾ ਹੈ ਕਿ ਕੀ ਦੋਸ਼ ਲਾਉਣ ਵਾਲੇ ਕੌਣ ਨੇ ਕਿਸੇ ਵੀ ਵਿਅਕਤੀ ਤੇ। ਮੈਂ ਕਿਸੇ ਇੱਕ ਦੀ ਗੱਲ ਨਹੀਂ ਕਰ ਰਿਹਾ, ਚਾਹੇ ਉਹ ਇੱਥੋਂ ਤੱਕ ਕਿ ਮਤਲਬ ਚਾਹੇ ਮੁੱਖ ਮੰਤਰੀ ਦੇ ਉੱਪਰ ਦੋਸ਼ ਲੱਗਦੇ ਹੋਣ, ਚਾਹੇ ਅੱਜ ਕੈਪਟਨ ਸਾਹਿਬ ਤੇ ਸੁਖਬੀਰ ਬਾਦਲ ਤੇ ਅਮਰਿੰਦਰ ਸਿੰਘ ਤੇ ਜਾਂ ਭਗਵੰਤ ਮਾਨ ਤੇ, ਚਾਹੇ ਕਿਸੇ ਤੇ ਵੀ ਦੋਸ਼ ਲੱਗਦੇ ਹੋਣ। ਮੈਂ ਇਹ ਕਹਿੰਦਾ ਕਿ ਦੋਸ਼ ਲੱਗਣਾ ਇੱਕ ਅਲੱਗ ਪ੍ਰਕਿਰਿਆ ਹੈ। ਪਬਲਿਕ ਨੇ ਇਹ ਦੇਖਣਾ ਹੈ, ਸਾਡਾ ਨਜ਼ਰੀਆ ਇਹ ਹੋਣਾ ਚਾਹੀਦਾ ਹੈ ਕਿ ਦੋਸ਼ ਲਾਉਣ ਵਾਲੇ ਕੌਣ ਨੇ, ਇਹ ਵਿਸ਼ਾ ਕਿਹੜਾ ਜਿਹਦੇ ਤੇ ਦੋਸ਼ ਲੱਗ ਰਹੇ ਨੇ। ਕੀ ਇੱਕ ਕਿਰਿਆਸ਼ੀਲ ਬੰਦਾ ਜਿਹੜਾ ਹੈਗਾ ਹੈ, ਜਿਹੜਾ ਇੱਕ ਕਾਰਜਸ਼ੀਲ ਬੰਦਾ ਹੈ, ਜਿਹੜਾ ਆਵਾਮ ਦੇ ਭਲੇ ਦੇ ਵਾਸਤੇ ਲਗਾਤਾਰਤਾ ਦੇ ਵਿੱਚ ਕੰਮ ਕਰਦਾ ਹੈ, ਕੀ ਉੱਥੇ ਇਹ ਜਦੋਂ ਸਾਡੀ ਮਾਨਸਿਕਤਾ ਦਾ ਲੈਵਲ ਜਿਹੜਾ ਹੈਗਾ ਉੱਪਰ ਉੱਠੂਗਾ ਤਾਂ ਸਾਨੂੰ ਇਹਨਾਂ ਗੱਲਾਂ ਦਾ ਗਿਆਨ ਹੋਊਗਾ। ਸੋ ਉੱਥੇ ਅਸੀਂ ਗਲਤ ਜਾਂ ਠੀਕ, ਗਲਤ ਤੇ ਠੀਕ ਨੂੰ ਪਛਾਣਨ ਦੇ ਵਿੱਚ ਦੇ ਸਮਰੱਥ ਹੋ ਜਾਵਾਂਗੇ। ਸੋ ਇਹ ਸਮਰੱਥਤਾ ਜਿਹੜੀ ਸਾਡੇ ਵਿੱਚ ਆਊਗੀ, ਇਹੀ ਸਾਨੂੰ ਕਿਸੇ ਚੰਗੇ ਭਵਿੱਖ ਵੱਲ ਲੈ ਕੇ ਜਾਊਗੀ। ਅੱਜ ਹੁੰਦਾ ਕੀ ਹੈ ਮਖੂ ਸਾਹਿਬ, ਮੈਂ ਛੋਟੀ ਜੀ ਗੱਲ ਕਰ ਦਿੰਦਾ, ਕਿਸੇ ਵੀ ਇੱਕ ਬੰਦੇ ਨੂੰ ਪੋਲੀਟੀਕਲ ਪਾਰਟੀਆਂ ਇਹ ਸਮਝਦੀਆਂ ਨੇ ਕਿ ਸਾਡੇ ਕੋਲੇ ਇੰਨੀ ਪਾਵਰ ਹੈ ਕਿ ਅਸੀਂ ਸ਼ਾਮ ਤੱਕ ਕਿਸੇ ਨੂੰ ਹੀਰੋ ਬਣਾਉਣਾ ਚਾਹੀਏ ਤਾਂ ਅਸੀਂ ਉਹਨੂੰ ਹੀਰੋ ਬਣਾ ਦਿੰਦੇ ਹਾਂ। ਬਿਲਕੁਲ। ਜੇ ਅਸੀਂ ਸ਼ਾਮ ਤੱਕ ਕਿਸੇ ਨੂੰ ਜ਼ੀਰੋ ਕਰਨਾ ਚਾਹੀਏ ਤੇ ਅਸੀਂ ਜ਼ੀਰੋ ਕਰਦੇ ਹਾਂ। ਸੋ ਇਹ ਪਾਵਰ ਉਹਨਾਂ ਕੋਲੇ ਕਿੱਥੋਂ ਆਈ? ਇਹ ਪਾਵਰ ਇਸ ਗੱਲ ਦੇ ਵਿੱਚ ਆਈ ਕਿ ਸਾਡੀ ਖਲਕਤ ਜਿਹੜੀ ਹੈ ਉਹ ਆਪਣਾ ਦਿਮਾਗ ਛੱਡ ਕੇ ਕੁਝ ਚੰਦ % ਲੋਕਾਂ ਦੇ ਕਹਿਣ ਤੇ ਅਸੀਂ ਕਿਸੇ ਨੂੰ ਹੀਰੋ ਜਾਂ ਕਿਸੇ ਨੂੰ ਜ਼ੀਰੋ ਬਣਾਉਣ ਦੇ ਵਾਸਤੇ ਉਹਨਾਂ ਦੇ ਮਗਰ ਲੱਗਦੇ ਸੀ। ਸੋ ਜੇ ਅੱਜ ਦੇ ਯੁੱਗ ਦੇ ਵਿੱਚ ਜੇ ਸਾਡੇ, ਚਾਹੇ ਉਹ ਸਾਡੇ ਕਿਸਾਨ ਦਾ ਪੁੱਤਰ ਹੈ, ਚਾਹੇ ਸਾਡੇ ਮਜ਼ਦੂਰ ਦਾ ਪੁੱਤਰ ਹੈ, ਚਾਹੇ ਉਹ ਕਿਸੇ ਆੜਤੀਏ ਦਾ ਪੁੱਤਰ ਹੈ, ਚਾਹੇ ਉਹ ਕਿਸੇ ਛੋਟੇ ਦੁਕਾਨਦਾਰ ਦਾ ਪੁੱਤਰ ਹੈ, ਛੋਟੇ ਚਾਹੇ ਵੱਡੇ ਦੁਕਾਨਦਾਰ ਦਾ ਪੁੱਤਰ ਹੈ, ਮੈਂ ਕਹਿੰਦਾ ਛੋਟੇ ਚਾਹੇ ਵੱਡੇ ਕਿਸਾਨ ਦਾ ਪੁੱਤਰ ਹੈ, ਸਾਡੀ ਸਮਰਪਤਾ ਸਿਰਫ ਜਿਹੜੀ ਹੈਗੀ ਹੈ ਉਹ ਸਚਾਈ ਵੱਲ, ਔਰ ਜਿਹੜੀ ਸਾਡੀ ਬੁੱਧ ਹੈ, ਜਿਹੜੀ ਸਾਡਾ ਵਿਵੇਕ ਹੈ, ਉਹ ਵਿਵੇਕ ਇਸ ਪਾਸੇ ਵੱਲ ਤੁਰਦਾ ਦਿਸੇ ਕਿ ਅਸੀਂ ਗਲਤ ਤੇ ਠੀਕ ਨੂੰ ਪਛਾਣਨ ਲੱਗ ਜਾਈਏ। ਅਸੀਂ ਜਿਹੜੀ ਸਾਡੀ ਹੋ ਰਹੀ ਲੁੱਟ ਹੈ ਇਹਦੇ ਮਨਸੂਬੇ ਘੜੇ ਜਾ ਰਹੇ ਨੇ। ਇੱਥੇ ਆ ਕੇ ਮੈਂ ਇੱਕ ਛੋਟਾ ਜਿਹਾ ਪੁਆਇੰਟ ਤੁਹਾਡੇ ਨਾਲ ਐਡ ਕਰ ਦਿੰਦਾ ਕਿ ਅਗਰ ਬਿੱਲਾਂ ਦੀ ਗੱਲ ਕਰਦੇ ਹਾਂ, ਬਿੱਲਾਂ ਦੇ ਵਿੱਚ ਹੁਣ ਸਾਡੇ ਬੜੇ ਬੁੱਧੀਜੀਵੀਆਂ ਨੇ, ਮੈਨੂੰ ਨਹੀਂ ਸਮਝ ਲੱਗਦੀ ਉਹਨਾਂ ਦੇ ਵਿੱਚ ਮਤਲਬ ਬਹੁਤ ਸਿਆਣੇ ਲੋਕ ਨੇ। ਕੁਝ ਕਹਿੰਦੇ ਨੇ ਜੀ ਇਹਦੇ ਵਿੱਚ ਕੀ ਗਲਤ ਹੈ, ਕੁਝ ਕਹਿੰਦੇ ਨੇ ਜੀ ਇਹ 100% ਹੀ ਗਲਤ ਹੈ। ਮੈਂ ਇੱਕ ਗੱਲ ਪੁੱਛਦਾ ਕਿ ਜਿਹੜੀ MSP, ਜਿਹੜੀ ਮਾਰਕੀਟ ਸਪੋਰਟ ਪ੍ਰਾਈਸ ਜਿਹੜੀ ਹੈ, ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਸਾਨੂੰ ਮਿਲਦੀ ਆ, ਜਦੋਂ ਉਹ ਬਾਕੀ ਸਾਰੀਆਂ ਫਸਲਾਂ ਦੇ ਉੱਪਰ ਮਿਲਣ ਦੇ ਤੈਅ ਹੋਣ ਦੇ ਬਾਵਜੂਦ ਵੀ ਕਿਸਾਨ ਨੂੰ ਨਹੀਂ ਮਿਲਦੀ, ਤਾਂ ਜਿਸ ਦਿਨ ਸਰਕਾਰੀ ਖਰੀਦ ਜਿਹੜੀ ਹੈ ਜਾਂ ਸਰਕਾਰ ਆਪਣੇ ਆਪ ਨੂੰ ਪਿੱਛੇ ਕਰ ਲੇਗੀ ਖਰੀਦਦਾਰੀ ਤੋਂ, ਤੇ ਉਸ ਦਿਨ ਇਹ ਮਿਨੀਮਮ ਸਪੋਰਟ ਪ੍ਰਾਈਸ ਦਾ ਮਤਲਬ ਕੀ ਰਹਿ ਜਾਏਗਾ? ਇਹ ਤਾਂ ਸਾਡੇ ਕੋਲੇ 32 ਹੋਰ ਫਸਲਾਂ ਦੀ ਵੀ ਹੈਗੀ। ਸੋ ਸਾਡੇ ਕਿਸਾਨ ਅੱਜ ਮੰਗ ਕਰਦੇ ਨੇ, ਸਾਡੇ ਵਾਸਤੇ ਜਿਹੜਾ ਸਭ ਤੋਂ ਵਧੀਆ ਸੀਗਾ ਉਹ ਸੀਗਾ ਕਿ ਇਸ ਭਾਅ ਦੇ ਉੱਪਰ ਤੁਸੀਂ ਦੇਖੋ ਮਖੂ ਸਾਹਿਬ, ਕਣਕ ਤੇ ਝੋਨਾ ਅਸੀਂ 20 ਦਿਨਾਂ ਦੇ ਵਿੱਚ ਨਿਪਟਾ ਕੇ ਸਾਰੇ ਸਟੇਟ ਦਾ ਅਸੀਂ ਘਰੋਂ ਘਰੀ ਬੈਠ ਜਾਂਦੇ ਹਾਂ। ਉਹਦੇ ਪਿੱਛੇ ਕਾਰਨ ਕੀ ਹੈ? ਕਿਉਂਕਿ ਸਰਕਾਰ ਖਰੀਦ ਕੇ ਲੈ ਜਾਂਦੀ ਹੈ, ਸਰਕਾਰ ਦੇ ਸੈਂਟਰ ਬਣੇ ਹੋਏ ਨੇ, ਅਸੀਂ ਸਾਰਾ ਉੱਥੇ ਸੁੱਟਦੇ ਹਾਂ, ਅਸੀਂ ਘਰੇ ਆ ਜਾਂਦੇ ਹਾਂ, ਸਾਡਾ ਪੈਸਾ, ਸਾਡਾ ਨਾਪ ਤੋਲ, ਸਾਡਾ ਸਾਰਾ ਸਿਸਟਮ ਉਹ ਸਿਕਿਉਰ ਸੀਗਾ। ਸੋ ਅੱਜ ਜੇ ਉੱਥੋਂ ਸਰਕਾਰ ਪਾਸੇ ਹਟ ਕੇ ਉੱਥੇ ਵਪਾਰੀ ਆ ਜਾਏਗਾ, ਠੀਕ ਹੈ, ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨ ਨੂੰ ਬਹੁਤ ਵੱਡੀ ਜਿਹੜੀ ਹੈਗੀ ਆ ਉਹ ਤਕਲੀਫ ਦਾ ਸਾਹਮਣਾ ਕਰਨਾ ਪਊਗਾ। ਪਰ ਦੂਸਰੇ ਪਾਸੇ ਨਾਲ ਨਾਤਾ ਇਸ ਗੱਲ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿ ਪਿਛਲੇ ਸਮਿਆਂ ਦੇ ਵਿੱਚ ਸਾਡੀ ਇਹ ਲੋੜ ਸੀ, ਉਸ ਲੋੜ ਨੇ ਇਹ ਸਿਸਟਮ ਮਤਲਬ ਇਹ ਸਹੂਲਤ ਸਾਨੂੰ ਪੈਦਾ ਕਰਕੇ ਦੇ ਦਿੱਤੀ, ਪਰ ਅੱਜ ਤੱਕ ਸਰਕਾਰਾਂ ਨੇ ਆਪਣੀ ਲੋੜ ਤੋਂ ਵੱਧ ਕਦੇ ਵੀ ਨਹੀਂ ਖਰੀਦਿਆ। ਸਰਕਾਰ ਹੈ, ਵਪਾਰੀ ਨਹੀਂ। ਸੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਬਹੁਤ ਵੱਡੀ ਸਹੂਲਤ ਸੀ ਸਾਨੂੰ। ਪਰ ਦੂਸਰੇ ਪਾਸੇ ਅਸੀਂ ਖੁਦ ਹੀ ਇੱਕ ਗੱਲ ਇਹ ਵੀ ਮੰਨਦੇ ਹਾਂ ਕਿ ਜੇਕਰ ਰਾਜਾ ਵਪਾਰੀ ਹੋ ਜਾਵੇ ਤੇ ਪ੍ਰਜਾ ਜਿਹੜੀ ਹੈ ਉਹ ਭਿਖਾਰੀ ਬਣ ਜਾਂਦੀ ਹੈ, ਇਹ ਵੀ ਮੰਨਦੇ ਆ ਨਾ। ਸੋ ਜੇਕਰ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਤੇ ਸਰਕਾਰਾਂ ਕਦੇ ਖਰੀਦਦਾਰੀ ਨਹੀਂ ਕਰਦੀਆਂ ਹੁੰਦੀਆਂ। ਸਰਕਾਰਾਂ ਉਹਨਾਂ ਮੁਲਕਾਂ ਦੀਆਂ ਸਰਕਾਰਾਂ ਹੀ ਖਰੀਦਦਾਰੀ ਕਰਦੀਆਂ ਜਿੱਥੋਂ ਦੀ ਆਵਾਮ ਗਰੀਬ ਸੀ, ਜਿੱਥੋਂ ਦੀ ਆਵਾਮ ਅਸਮਰੱਥ ਸੀ ਇਸ ਗੱਲ ਤੋਂ ਕਿ ਉਹ ਆਪਣਾ ਰੋਜ਼ੀ ਰੋਟੀ ਦਾ ਵੀ ਪ੍ਰਬੰਧ। ਇਹ ਠੀਕ ਹੈ ਕਿ ਸਾਡੀਆਂ ਸਰਕਾਰਾਂ ਨੇ ਇਸ ਗੱਲ ਨੂੰ ਲੰਬਾ ਖਿੱਚਣ ਦੀ ਕੋਸ਼ਿਸ਼ ਕੀਤੀ, ਆਪਦੇ ਰਾਜਨੀਤਿਕ ਮਫਾਦਾਂ ਵਾਸਤੇ ਇਹਨਾਂ ਗੱਲਾਂ ਨੂੰ ਲੰਬਾ ਖਿੱਚਣ ਦੀ ਕੋਸ਼ਿਸ਼ ਕੀਤੀ। ਸੋ ਇਹੀ ਜਿਹੜੇ ਹਾਲਾਤਾਂ ਦਾ ਅਸੀਂ ਅੱਜ ਸਾਹਮਣਾ ਕਰ ਰਹੇ ਹਾਂ, ਇਹ ਸਾਨੂੰ ਆਜ਼ਾਦੀ ਤੋਂ 5 ਜਾਂ 7 ਸਾਲਾਂ ਦੇ ਬਾਅਦ ਹੀ ਇਹ ਚੀਜ਼ਾਂ ਛੱਡ ਦੇਣੀਆਂ ਚਾਹੀਦੀਆਂ ਸੀ। ਛੱਡ ਸਕਦੇ ਸੀ ਜੇਕਰ ਸਾਡੇ ਰਾਜਨੀਤਿਕ ਲੋਕ ਇਮਾਨਦਾਰ ਹੁੰਦੇ। ਸਾਡੇ ਰਾਜਨੀਤਿਕ ਲੋਕ ਤਾਂ ਪੰਜਾਬ ਦੇ 5 ਵਾਰ ਰਹਿ ਚੁੱਕੇ ਮੁੱਖ ਮੰਤਰੀ, ਉਹ ਅੱਜ ਵੀ ਮਤਲਬ ਇਸ ਇੱਕ ਵਿਉਂਤ ਆਈ ਸੀ, ਇੱਕ ਸਕੀਮ ਆਈ ਸੀ, ਤੁਹਾਨੂੰ ਯਾਦ ਹੋਣਾ
ਕਿ ਪਿੰਡਾਂ ਦੇ ਵਿੱਚ ਜਿਹੜਾ 15-20 ਪਿੰਡਾਂ ਬਾਅਦ ਇੱਕ ਮੰਡੀਕਰਨ ਮੰਡੀ ਬੋਰਡ ਬਣਿਆ ਸੀ। ਮੰਡੀ ਬਣਾਈ ਜਾਂਦੀ ਸੀ ਔਰ ਉਹਨੂੰ ਉਸ ਸਕੀਮ ਦਾ ਨਾਮ ਸੀਗਾ ਫੋਕਲ ਪੁਆਇੰਟ। ਸੋ ਫੋਕਲ ਪੁਆਇੰਟ ਡਿਵੈਲਪ ਕਰਨ ਦਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸੁਪਨਾ ਸੀ ਕਿਸੇ ਵੇਲੇ, ਔਰ ਉਹ ਅੱਜ ਵੀ ਉਸ ਗੱਲ ਨੂੰ ਠੀਕ ਹੀ ਸਮਝਦੇ ਨੇ। ਜਦ ਕਿ ਉਹਨਾਂ ਫੋਕਲ ਪੁਆਇੰਟਾਂ ਦੇ ਉੱਪਰ ਮਤਲਬ ਜਿਹੜਾ ਹੈਗਾ ਕੋਈ ਅਨਾਜ ਲੈ ਕੇ ਜਾਣਾ ਵੀ ਮੁਨਾਸਬ ਨਹੀਂ ਸਮਝਦਾ, ਕਿਉਂਕਿ ਅਨਾਜ ਲਿਆਉਣ ਵਾਲਾ ਜਿਹੜਾ ਹੈ ਉਹਦੇ ਸਾਧਨ ਤੇ ਸੜਕਾਂ ਇੰਨੀਆਂ ਵਧੀਆ ਡਿਵੈਲਪ ਹੋ ਗਈਆਂ ਕਿ ਉਹ ਵੱਡੀ ਮੰਡੀ ਦੇ ਵਿੱਚ ਸ਼ੈੱਡ ਦੇ ਹੇਠਾਂ ਲੈ ਜਾਣਾ ਪ੍ਰੈਫਰ ਕਰਦਾ। ਸੋ ਸਾਨੂੰ ਇਹ ਤਬਦੀਲੀਆਂ ਸਾਡੇ ਦਿਮਾਗਾਂ ਦੇ ਵਿੱਚ ਵੀ ਤਾਂ ਹੋਣੀਆਂ ਚਾਹੀਦੀਆਂ ਸੀ ਨਾ। ਸੋ ਅਸੀਂ ਜੇਕਰ ਮਤਲਬ ਜਿਹੜਾ ਹੈਗਾ ਜਿਹੜਾ ਮੁੱਖ ਮੰਤਰੀ ਸਾਡੇ ਕੋਲੇ 1965 ਦੇ ਵਿੱਚ ਸੀਗਾ, ਜੇਕਰ ਅਸੀਂ ਵਾਰ-ਵਾਰ ਉਹਨਾਂ ਨੂੰ ਹੀ ਫੇਰ ਅਸੀਂ ਅੱਗੇ ਲੈ ਗਏ, ਅਸੀਂ ਤਬਦੀਲੀ ਨਹੀਂ ਕਰਦੇ, ਅਸੀਂ ਨੌਜਵਾਨ ਲੋਕਾਂ ਨੂੰ ਅੱਗੇ ਨਹੀਂ ਲੈ ਕੇ ਆਉਂਦੇ, ਇਹ ਸਾਰੀ ਇੱਕ ਪ੍ਰਕਿਰਿਆ ਸੀ। ਸੋ ਮੈਂ ਇਹ ਸਮਝਦਾ ਕਿ ਇਹ ਤਬਦੀਲੀ ਜ਼ਰੂਰੀ ਸੀ ਜਿਹੜੀ ਹੁਣ ਆਈ ਹੈ ਔਰ ਜਿਹਦੀ ਸ਼ੁਰੂਆਤ ਹੋਈ ਹੈ। ਮੈਂ ਇਸ ਗੱਲ ਦੀ ਗਰੰਟੀ ਨਹੀਂ ਕਰਦਾ, ਮੇਰੇ ਕੋਲੇ ਇਸ ਤਰ੍ਹਾਂ ਦਾ ਕੋਈ ਪੈਕੇਜ ਨਹੀਂ ਹੈਗਾ ਕਿ ਕੋਈ ਸੁਣਨ ਵਾਲਾ ਇਹ ਸਮਝ ਲੇ ਕਿ ਜੀ ਹੁਣ ਤਾਂ ਤਬਦੀਲੀ ਆ ਗਈ। ਨਹੀਂ ਆਪਾਂ ਵਧੀਆ ਇੱਥੋਂ ਇਹ ਵੀ ਭੁਲੇਖਾ ਪੈ ਸਕਦਾ ਵੀ ਇਹ ਇਹਨਾਂ ਦੇ ਹੱਕ ਦੇ ਵਿੱਚ ਨੇ ਬਿੱਲਾਂ ਦੇ ਸ਼ਾਇਦ। ਬਿਲਕੁਲ ਇਹ ਬਿੱਲਾਂ ਦੇ ਮੈਂ ਹੱਕ ਦੇ ਵਿੱਚ ਬਿਲਕੁਲ ਨਹੀਂ ਹੈਗਾ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਮਤਲਬ ਜਿਹੜਾ ਮਾਰਕੀਟਿੰਗ ਸਿਸਟਮ ਜਿਹੜਾ ਬਣਿਆ ਸੀ, ਇਹ ਮਾਰਕੀਟਿੰਗ ਸਿਸਟਮ ਦੀ ਸਾਨੂੰ ਸਹੂਲਤ ਸੀ ਜੀ, ਔਰ ਉਹ ਸਾਡੇ ਵਾਸਤੇ ਬਹੁਤ ਵਧੀਆ ਸੀ। ਜੇਕਰ ਅੱਜ ਉਹਦੇ ਵਿੱਚ ਤਬਦੀਲੀ ਜਿਹੜੀ ਤੁਹਾਨੂੰ ਰੋਕਾਂਗਾ ਕਿਉਂਕਿ ਵਕਤ ਦੀਆਂ ਘੜੀਆਂ ਸਾਨੂੰ ਰੋਕਦੀਆਂ ਨੇ। ਆਪਾਂ ਨੈਕਸਟ ਐਪੀਸੋਡ ਦੇ ਵਿੱਚ ਸਾਰਾ ਮਾਮਲਾ ਕਲੀਅਰ ਕਰ ਦਿੰਦੇ ਹਾਂ ਤਾਂ ਕਿ ਕਿਸੇ ਦੇ ਕੋਲ ਇਹ ਸੁਨੇਹਾ ਨਾ ਚਲਾ ਜਾਵੇ ਕਿ ਸ਼ਾਇਦ ਕਿਤੇ ਡਾਕਟਰ ਹਰਿੰਦਰ ਜੀਰਾ ਬਿੱਲਾਂ ਦੀ ਹਮਾਇਤ ਕਰਦੇ ਪਏ ਨੇ। ਉਹ ਕਹਿੰਦੇ ਵੀ ਜਿਹੜੇ ਅੱਜ ਆਏ ਨੇ ਇਹ ਤੇ ਬੜੀ ਦੇਰ ਪਹਿਲਾਂ ਹੋਣੇ ਚਾਹੀਦੇ ਸੀ, ਇਹ ਤੇ ਹਮਾਇਤੀ ਨੇ, ਨਾਲੇ ਕਿਸਾਨਾਂ ਨੂੰ ਇਧਰੋਂ ਹੱਲਾਸ਼ੇਰੀ ਦੇਈ ਜਾਂਦੇ ਨੇ, ਨਾਲੇ ਬਿੱਲਾਂ ਦੇ ਹੱਕ 'ਚ ਭੁਗਤੀ ਜਾਂਦੇ ਨੇ। ਇਹ ਕਿਤੇ ਸਰਕਾਰ ਵੱਲੋਂ ਬੜੀ ਪ੍ਰਕਾਰ ਦੇ ਠੱਪੇ ਲੱਗ ਜਾਂਦੇ। ਅੱਜ ਕੱਲ੍ਹ ਖਿਤਾਬ 1 ਮਿੰਟ ਦੇ ਵਿੱਚ ਦੇ ਦਿੰਦੇ ਨੇ। ਸੋ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਆ। ਸੋ ਦਰਸ਼ਕੋ, ਇੱਕ ਚੀਜ਼ ਚੇਤੇ ਰੱਖਿਆ ਜੇ, ਜਦੋਂ ਕਿਸੇ ਵੀ ਬਿੱਲ ਨੂੰ ਸਟੱਡੀ ਕੀਤਾ ਜਾਂਦਾ ਤਾਂ ਬੜਾ ਡੀਪਲੀ ਜਾਣਾ ਪੈਂਦਾ ਆ, ਔਰ ਕਈ ਵਾਰੀ ਆਪਣੇ ਦਿਮਾਗ ਦੇ ਵਿੱਚ ਸਮਝ ਨਹੀਂ ਪੈਂਦੀ, ਉਹਦੇ ਵਿੱਚ ਕੋਈ ਸਿਆਣੇ ਨੂੰ ਹੋਰ ਦੀ ਸਲਾਹ ਲੈਣੀ ਪੈਂਦੀ ਹੈ। ਸੋ ਕਹਿਣ ਤੋਂ ਭਾਵ ਜਦੋਂ ਬੜੀ ਬਰੀਕੀ ਦੇ ਵਿੱਚ ਜਾਵਾਂਗੇ ਤੇ ਪਹਿਲੀ ਤੇ ਗੱਲ ਇਹ ਹੈ ਕਿ ਇਹਦੇ ਵਿੱਚ ਬੜਾ ਕੁਝ ਐਸਾ ਹੈ ਜੇ ਕਿਸਾਨ ਜਥੇਬੰਦੀਆਂ ਵੀ ਸੜਕਾਂ ਦੇ ਉੱਪਰ ਨੇ, ਆਵਾਮ ਵੀ ਸੜਕਾਂ ਦੇ ਉੱਪਰ ਹੈ, ਸਰਕਾਰਾਂ ਜਿੱਦੀ ਸੁਭਾਅ ਦੇ ਉੱਪਰ ਅੜੀਆਂ ਹੋਈਆਂ ਨੇ, ਤੇ ਸਾਨੂੰ ਇਸ ਤਰੀਕੇ ਦੇ ਨਾਲ ਇਹ ਦੇਖਣਾ ਪਏਗਾ ਵੀ ਸਾਡਾ ਪੰਜਾਬ ਦੇ ਹਾਲਾਤ, ਭਵਿੱਖ ਕਿਸ ਤਰੀਕੇ ਦੇ ਨਾਲ ਬਹੁਤ ਵਧੀਆ ਉਜਵਲ ਹੋ ਸਕਦਾ। ਇਹ ਤੇ ਕੁਝ ਵਿਚਾਰਾਂ ਆਪਾਂ ਜ਼ਰੂਰ ਕਰਦੇ ਹਾਂ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।